वाह। वाहिगुरु जी का खालसा, वाहिगुरु जी की फतेह। शुक्र है अकाल पुरख पार ब्रह्म परमात्मा दा, जुगो जुग अटल साहिब धन धन श्री गुरु ग्रंथ साहिब जी महाराज जी दा, आप सारियां प्यारियां प्यारियां संगतां दा, इस समय दा, इस साधन दा, इस सिस्टम दा जिहदे थ्रू ਅਸੀਂ ਸੰਗਤੀ रूप ਵਿੱਚ बैठे हाँ। खास करके गुरिंदर कौर जी और साथी ਜਿਹੜੇ सेवा निभा रहे ने, सब ਦਾ दिल ਦੀਆਂ गहराइयों तो शुक्राना। शुक्र है संगत जी आप जी ਦੇ दर्शन हो रहे ने। सो ਅੱਜ ਅਸੀਂ ਟੌਪਿਕ ਰੱਖਿਆ ਹੈ ਕਿ ਸਾਰੇ ਅਸੀਂ ਚਾਹੁੰਦੇ ਅਸੀਂ ਹੀਲ ਹੋ ਜਾਈਏ। तो ਹੀਲਿੰਗ ਫॉरगिवनेस ਦੇ ਨਾਲ, ਮੁਆਫੀ ਦੇ ਨਾਲ ਹੀਲਿੰਗ ਉਹ ਕਿੱਡੀ ਵੱਡੀ ਹੈ। ਜਿਹੜਾ ਮਾਫ ਕਰ ਦੇਣਾ, ਮਾਫੀ ਮੰਗ ਲੈਣੀ, ਖਿਮਾ ਜਿਹਨੂੰ ਗੁਰਬਾਣੀ ਵਿੱਚ ਖਿਮਾ ਕਿਹਾ ਗਿਆ ਸ਼ਬਦ, ਸੋ ਇਹ ਬਹੁਤ ਵੱਡੀ ਇੱਕ ਸ਼ਕਤੀ ਹੈ, ਇੱਕ ਬਹੁਤ ਵੱਡਾ ਗੁਣ ਆ। ਸੋ ਇਹ ਸਾਨੂੰ ਇੰਨਾ ਕਿ ਟੋਟਲ ਹੀਲਿੰਗ ਇਹਦੇ ਦੁਆਰਾ ਹੋ ਸਕਦੀ ਹੈ। ਸੋ ਇਹਦੇ ਅਸੀਂ ਪਹਿਲਾਂ ਸੁਣਾਂਗੇ ਕਿ ਮਹਾਂਪੁਰਖਾਂ ਨੇ ਮਾਫੀ ਬਾਰੇ, ਫॉरगिवनेस ਦੇ ਲਈ ਕੀ ਕਿਹਾ। ਫਿਰ ਅਸੀਂ ਗੁਰਬਾਣੀ ਵਿੱਚੋਂ ਲਵਾਂਗੇ ਕਿ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ, ਕਿ ਸਾਨੂੰ ਕਿੰਨਾ ਕੁ ਮਾਫ ਕਰਨਾ ਸਮਝਾਉਂਦੇ ਨੇ ਮਹਾਰਾਜ ਜੀ। ਔਰ ਫਿਰ ਜਿਹੜੀਆਂ ਰਿਸਰਚਸ ਹੋਈਆਂ ਨੇ ਪੂਰੇ ਵਰਲਡ ਦੇ ਵਿੱਚ, ਯੂਨੀਵਰਸਿਟੀਜ਼ ਨੇ ਕੀਤੀਆਂ ਨੇ, ਔਰ ਜਿਹੜੇ ਹੀਲਿੰਗ ਕਰਦੇ ਪਏ ਨੇ ਉਹ ਅਲੱਗ-ਅਲੱਗ ਟੈਕਨੀਕਸ ਦੇ ਨਾਲ, ਉਹ ਕਿਵੇਂ ਉਹ ਫॉरगिवनेस ਦੇ ਨਾਲ ਹੀਲਿੰਗ ਉਹ ਕਿਵੇਂ ਕਰ ਰਹੇ ਨੇ, ਕਿਹੜੇ ਸਟੈਪਸ ਨੇ ਕਿ ਅਸੀਂ ਵੀ, ਸਾਨੂੰ ਆਦਤ ਪੈ ਜਾਵੇ ਵੀ ਅਸੀਂ ਫॉरगिव ਕਰ ਦਈਏ, ਅੰਦਰ ਅਸੀਂ ਕੋਈ ਵੀ ਉਹ ਨੈਗੇਟਿਵਿਟੀ, ਉਹ ਮੈਲ ਜਿਹੜੀ ਆ ਸਾਡੇ ਅੰਦਰ ਨਾ ਚੰਬੜੀ ਰਹੇ। ਸੋ ਵਿਦਵਾਨ ਲੋਕ ਜਿਹੜੇ ਆ ਇਹ ਕਹਿੰਦੇ ਨੇ ਕਿ ਜਿਹੜਾ ਖਿਮਾ ਕਰਨਾ ਇੱਕ ਪਰਮ ਬਲ ਹੈ, ਬਹੁਤ ਵੱਡੀ ਸ਼ਕਤੀ ਹੈ ਫॉरगिवनेस। ਕਹਿੰਦੇ ਨੇ ਜਿਹੜਾ ਮਾਫ ਕਰਨ ਵਾਲਾ ਆ ਨਾ, ਉਹ ਸਜ਼ਾ ਦੇਣ ਨਾਲੋਂ ਵੀ ਵੱਡਾ ਆ। ਵੈਸੇ ਤਾਂ ਵੱਡਾ ਬੰਦਾ ਜਿਹੜਾ ਸ਼ਕਤੀਸ਼ਾਲੀ ਹੁੰਦਾ, ਉਹ ਆਪਣੇ ਤੋਂ ਕਮਜ਼ੋਰ ਨੂੰ ਸਮਝ ਕੇ ਉਹਨੂੰ ਜਿਹੜਾ ਆ ਉਹ ਸਜ਼ਾ ਦਿੰਦਾ ਹੈ, ਪਰ ਨਹੀਂ, ਉਹ ਕਹਿੰਦੇ ਜਿਹੜਾ ਮਾਫ ਕਰ ਦਿੰਦਾ ਆ ਨਾ, ਉਹ ਐਕਚੁਅਲੀ ਉਹ ਵੱਡਾ ਹੈ। ਸਜ਼ਾ ਦੇਣ ਵਾਲਾ ਵੱਡਾ ਨਹੀਂ, ਮਾਫ ਕਰਨ ਵਾਲਾ ਵੱਡਾ ਹੈ। ਸੋ ਕਮਜ਼ੋਰ ਵਿਅਕਤੀ ਕਦੀ ਖਿਮਾ ਨਹੀਂ ਕਰ ਸਕਦਾ। ਇਹ ਸ਼ਕਤੀਸ਼ਾਲੀ ਰੂਹਾਂ ਦਾ ਹੀ ਕੰਮ ਹੈ। ਹੁਣ ਅਸੀਂ ਆਪਣੇ ਆਪ ਨੂੰ ਨਾਲੋਂ ਨਾਲ ਚੈੱਕ ਕਰੀ ਜਾਣਾ ਵੀ ਅਸੀਂ ਅਗਰ ਫॉरगिव ਕਰਦੇ ਹਾਂ, ਮਾਫ ਕਰਦੇ ਹਾਂ, ਇਹਦਾ ਮਤਲਬ ਅਸੀਂ ਸ਼ਕਤੀਸ਼ਾਲੀ ਹਾਂ। ਅਗਰ ਅੰਦਰ ਮੈਲ ਰੱਖ ਕੇ ਬੈਠੇ ਹਾਂ ਕਿਸੇ ਦੇ ਲਈ, ਇਹਦਾ ਮਤਲਬ ਅਸੀਂ ਕਮਜ਼ੋਰ ਹਾਂ। ਸੋ ਕਮਜ਼ੋਰ ਵਿਅਕਤੀ ਕਦੀ ਵੀ ਨਹੀਂ ਉਹ ਮਾਫ ਕਰ ਸਕਦਾ। ਇਹ ਸ਼ਕਤੀਸ਼ਾਲੀ ਰੂਹਾਂ ਦਾ ਹੀ ਕੰਮ ਹੈ। ਖਿਮਾ ਕਰਨ ਦਾ ਮਤਲਬ ਹੈ ਕਿ ਕਿਸੇ ਕੈਦੀ ਨੂੰ ਤੁਸੀਂ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ, ਔਰ ਇਹ ਜਾਣ ਲੈਣਾ ਕਿ ਉਹ ਕੈਦੀ ਕੋਈ ਹੋਰ ਨਹੀਂ, ਤੁਸੀਂ ਹੀ ਸੀ। ਸੋ ਖਿਮਾ ਕਰਕੇ ਤੁਸੀਂ ਆਪਣੇ ਆਪ ਨੂੰ ਆਜ਼ਾਦ ਕੀਤਾ ਹੈ, ਕਿਉਂਕਿ ਤੁਸੀਂ ਉਹਦੀ ਨੈਗੇਟਿਵਿਟੀ ਦੇ ਵਿੱਚ, ਉਸ ਮੈਲ ਦੇ ਵਿੱਚ ਸਟਕ ਹੋਏ ਪਏ ਹੋ, ਗੁਲਾਮ ਹੋ ਗਿਆ ਉਸ ਨੈਗੇਟਿਵਿਟੀ ਦੇ। ਜਿਹੜਾ ਉਹਨੇ ਤਾਂ ਕਿਸੇ ਨੇ ਇੱਕ ਵਾਰ ਸਾਡੇ ਨਾਲ ਮਾੜਾ ਕੀਤਾ, ਜੋ ਵੀ ਕੀਤੀ ਬਹੁਤ ਵੱਡੀ ਗਲਤੀ ਉਹਨੇ ਤਾਂ ਇੱਕ ਵਾਰ ਕੀਤੀ, ਲੇਕਿਨ ਅਸੀਂ ਉਸ ਨੈਗੇਟਿਵਿਟੀ ਵਿੱਚ ਕਿੰਨੀ ਵਾਰ ਉਸ ਨੂੰ ਸੋਚਦੇ ਹਾਂ, ਉਸ ਗੱਲ ਨੂੰ ਦੁਖੀ ਰਹਿੰਦੇ ਹਾਂ, ਸ਼ਾਂਤ ਰਹਿੰਦੇ ਹਾਂ। ਸੋ ਅਸੀਂ ਗੁਲਾਮ ਹੋਏ ਹੁੰਦੇ ਹਾਂ। ਸੋ ਆਜ਼ਾਦੀ ਸਾਨੂੰ ਆਪਣੇ ਆਪ ਨੂੰ ਮਿਲ ਰਹੀ ਹੁੰਦੀ ਹੈ। ਸੰਗਤ ਦੀ ਇਹ ਕਿੱਡਾ ਵੱਡਾ ਗੁਣ ਹੈ ਕਿ ਮਾਫ ਕਰਕੇ ਅਸੀਂ ਖੁਦ ਹੀ ਆਜ਼ਾਦ ਹੋ ਰਹੇ ਹਾਂ। ਔਰ ਕਹਿੰਦੇ ਨੇ ਜਿਤਨੀ ਜਲਦੀ ਹੋ ਸਕੇ ਦੂਸਰਿਆਂ ਦੀਆਂ ਗਲਤੀਆਂ ਨੂੰ ਮਾਫ ਕਰ ਦਿਓ। ਅਗਰ ਤੁਸੀਂ ਆਪਣੇ ਜੀਵਨ ਵਿੱਚ ਛੇਤੀ ਤੋਂ ਛੇਤੀ ਸ਼ਾਂਤੀ ਲਿਆਉਣਾ ਚਾਹੁੰਦੇ ਹੋ, ਸਾਰੇ ਹੀ ਚਾਹੁੰਦੇ ਆ ਸਾਡੇ ਕੋਲ ਸ਼ਾਂਤੀ ਹੋਵੇ, ਸਾਡਾ ਮਨ ਸ਼ਾਂਤ ਹੋਵੇ, ਫਿਰ ਉਹ ਕਹਿੰਦੇ ਛੇਤੀ ਤੋਂ ਛੇਤੀ ਮਾਫ ਕਰ ਦਿਆ ਕਰੋ ਦੂਸਰੇ ਦੀ ਗਲਤੀ ਨੂੰ। ਉਹ ਕਹਿੰਦੇ ਨੇ ਕਿ ਮਾਫੀ ਦੇਣ ਦੇ ਨਾਲ ਜੋ ਹੋਇਆ ਉਹ ਨਹੀਂ ਬਦਲਿਆ ਜਾਣਾ। ਕਿ ਜਿਹਨੇ ਕੁਝ ਗਲਤ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਉਹਦੀ ਗਲਤੀ ਬਦਲ ਗਈ, ਉਹ ਉਸੇ ਤਰ੍ਹਾਂ ਹੀ ਹੈ, ਉਹ ਆਪਣੇ ਕਰਮਾਂ ਵਿੱਚ ਘਿਰਿਆ ਹੀ ਹੋਇਆ ਹੈ। ਲੇਕਿਨ ਉਹਦੇ ਨਾਲ ਕੀ ਹੋਇਆ ਕਿ ਤੁਸੀਂ ਹਲਕੇ ਹੋ ਗਏ, ਤੁਸੀਂ ਲਾਈਟ ਹੋ ਗਏ, ਤੁਸੀਂ ਉਸ ਨੈਗੇਟਿਵਿਟੀ ਤੋਂ, ਉਸ ਮੈਲ ਤੋਂ ਜਿਹੜਾ ਹੈ ਤੁਹਾਡਾ ਛੁਟਕਾਰਾ ਹੋ ਗਿਆ, ਔਰ ਤੁਹਾਡੀ ਜ਼ਿੰਦਗੀ ਬਿਹਤਰ ਹੋ ਗਈ, ਅੱਛੀ ਹੋ ਗਈ। ਕਹਿੰਦੇ ਜਿਹੜਾ ਖਿਮਾ ਮੰਗਦਾ ਆ, ਇਹ ਤਾਂ ਅਸੀਂ ਕਰਨ ਦੀ ਗੱਲ ਕਰ ਰਹੇ ਹਾਂ, ਜਿਹੜਾ ਮੰਗਦਾ ਆ ਉਹ ਸਭ ਤੋਂ ਬੜਾ ਬਹਾਦਰ ਹੈ। ਖਿਮੇ ਮੰਗਣੀ ਕਿਤੇ ਸੌਖੀ ਹੈ? ਬੰਦਾ ਤਾਂ 100 ਬਹਾਨੇ ਬਣਾਊਗਾ ਆਪਣੀ ਗਲਤੀ ਕਰਕੇ, ਉਹਨੂੰ ਨਹੀਂ ਮੰਨਣਾ ਹੀ ਨਹੀਂ ਹੈ। ਸੋ ਸਭ ਤੋਂ ਵੱਡਾ ਬਹਾਦਰ ਹੈ, ਔਰ ਜਿਹੜਾ ਸਭ ਤੋਂ ਪਹਿਲਾਂ ਖਿਮਾ ਕਰਦਾ ਉਹ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਇਹ ਸਾਡੇ ਲਈ ਇਹ ਜਿਹੜੇ ਨੇ ਬੜੀਆਂ ਵੱਡੇ ਗੁਣ ਨੇ। ਮਾਫੀ फटाफट ਮੰਗ ਵੀ ਲਿਆ ਕਰੀਏ ਔਰ ਮਾਫ ਕਰ ਵੀ ਦਿਆ ਕਰੀਏ, ਉਹ ਸ਼ਕਤੀਸ਼ਾਲੀ ਹੈ। ਔਰ ਜਦ ਜੋੜਾ ਸਭ ਤੋਂ ਪਹਿਲਾਂ ਭੁੱਲ ਹੀ ਜਾਂਦਾ ਮਾਫ ਕਰਕੇ, ਉਹ ਸਭ ਤੋਂ ਜ਼ਿਆਦਾ ਸੁਖੀ।
क्योंकि जो नहीं माफ करते तो ਅਸੀਂ दुखी है, अंदरों मैल रखी है, बार बार ਉਹੀ ਗੱਲ याद आऊगी ਉਹਨੇ ਮੇਰੇ ਨਾਲ ਉਹ ਕੀਤਾ ਸੀ। ਜਿੰਨੀ ਵਾਰ याद करांगे उन्नी वार ਅਸੀਂ समझ लो ਉਹ ਜੰਜੀਰਾਂ ਵਿੱਚ ਅਸੀਂ ਜਕੜੇ ਹੋਏ ਆ, ਉਸ ਮੈਲ ਵਿੱਚ, ਉਸ ਨੈਗੇਟਿਵਿਟੀ ਵਿੱਚ ਅਸੀਂ ਸਟਕ ਹੋਏ ਪਏ। ਕਹਿੰਦੇ ਨੇ ਕੁਰਾਨ ਦੇ ਵਿੱਚ ਕਿਹਾ ਗਿਆ, ਹੁਣ ਧਾਰਮਿਕ ਗ੍ਰੰਥਾਂ ਦੀ ਵੀ ਥੋੜੀ ਜਿਹੀ ਗੱਲ ਕਰੀਏ, ਕੁਰਾਨ ਦੇ ਵਿੱਚ ਕਿਹਾ ਗਿਆ ਕਿ ਮਾਫੀ ਤਾਂ ਇੱਕ, ਜਦੋਂ ਤੁਸੀਂ ਮਾਫ ਕਰ ਦਿੰਦੇ ਹੋ ਜਾਂ ਮਾਫੀ ਮੰਗ ਲੈਂਦੇ ਹੋ ਤਾਂ ਖੁਦਾ ਤੁਹਾਨੂੰ ਗਿਫਟ ਦਿੰਦਾ, ਉਪਹਾਰ ਦਿੰਦਾ। ਸੋ ਕਹਿੰਦੇ ਮਾਫ ਕਰ ਦੇਣਾ ਬਹੁਤ ਵੱਡਾ ਗਿਫਟ ਹੈ, ਉਪਹਾਰ ਹੈ ਆਪਣੇ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਦੇ ਲਈ, ਸੌਖਾ ਬਣਾਉਣ ਦੇ ਲਈ। ਕੁਰਾਨ ਦੇ ਰਸੂਲ ਅੱਲਾਹ ਹਦੀਥ 599 ਵਿੱਚ ਲਿਖਿਆ ਹੈ, ਅਗਰ ਕੋਈ ਲਗਾਤਾਰ ਮਾਫੀ ਮੰਗੀ ਜਾਵੇ, ਮਤਲਬ ਕੋਈ ਗਲਤੀ ਹੋ ਗਈ, ਅਸੀਂ ਤਾਂ ਮੰਗਦੇ ਹੀ ਨਹੀਂ ਮਾਫੀ, ਪਰ ਉਹ ਕਹਿੰਦੇ ਲਗਾਤਾਰ ਅਗਰ ਕੋਈ ਮਾਫੀ ਮੰਗੀ ਜਾਵੇ, ਇੱਥੇ ਉਹਨਾਂ ਨੇ ਖੁਦਾ ਦੀ ਗੱਲ ਕੀਤੀ ਹੈ ਵੀ ਰੱਬ ਦੇ ਕੋਲੋਂ, ਖੁਦਾ ਦੇ ਕੋਲੋਂ ਅਗਰ ਲਗਾਤਾਰ ਮਾਫੀ ਮੰਗੀ ਜਾਵੇ ਤਾਂ ਫਿਰ ਖੁਦਾ ਕੀ ਕਰਦਾ, ਉਹਦੀ ਸਾਰੀ ਐਂਜ਼ਾਇਟੀ, ਉਹਦਾ ਸਟ੍ਰੈਸ, ਉਹਦੀ ਘਬਰਾਹਟ, ਫਿਕਰ, ਚਿੰਤਾ, ਡਰ ਉਸ ਦੇ ਵਿੱਚੋਂ ਬਾਹਰ ਕੱਢ ਕੇ, ਔਰ ਫਿਰ ਖੁਦਾ ਕਦੀ ਉਸਨੂੰ ਚਿਤਾਰਦਾ ਵੀ ਨਹੀਂ, ਰਿਅਲਾਈਜ਼ ਵੀ ਨਹੀਂ ਕਰਾਉਂਦਾ ਵੀ ਤੂੰ ਇਹ ਗਲਤੀ ਕੀਤੀ ਸੀ। ਇਹਦਾ ਮਤਲਬ ਕਿ ਉਹਦਾ ਗੁਨਾਹ ਉਹ ਬਖਸ਼ਿਆ ਜਾਂਦਾ। ਇਹ ਕਿੱਡਾ ਵੱਡਾ ਫਿਰ ਸਾਡੇ ਕੋਲੇ ਗਿਫਟ ਹੀ ਹੋ ਗਿਆ ਨਾ ਕਿ ਅਸੀਂ, ਪਰ ਉਹਨਾਂ ਨੇ ਇਹ ਵੀ ਮਾਫੀ ਮੰਗਣ ਦਾ ਤਰੀਕਾ ਵੀ ਦੱਸਿਆ। ਮਾਫੀ ਮੰਗਣ ਦਾ ਤਰੀਕਾ ਇਹ ਹੈ ਕਿ ਵਾਪਸ ਫਿਰ ਉਸ ਗਲਤੀ ਨੂੰ ਨਹੀਂ ਕਰਨਾ। ਇਹ ਨਹੀਂ ਕਿ ਬਾਰ-ਬਾਰ ਗਲਤੀਆਂ ਵੀ ਕਰੀ ਜਾਈਏ ਫਿਰ ਕਹੀਏ ਫਿਰ ਇਦਾਂ ਸਾਨੂੰ ਖੁਦਾ ਨੇ ਮਾਫ ਕਰ ਦਿੱਤਾ, ਇਸ ਤਰ੍ਹਾਂ ਨਹੀਂ। ਫਿਰ ਪੂਰਾ ਪਹਿਰਾ ਦੇਣਾ ਆਪਣੇ ਉੱਤੇ, ਫਿਰ ਉਹ ਗਲਤੀ ਨਹੀਂ ਕਰਨੀ, ਫਿਰ ਵੀ ਦੁਬਾਰਾ ਹੋ ਸਕਦੀ ਹੈ ਕਿਉਂਕਿ ਅਸੀਂ ਭੁੱਲਣ ਵਾਲੇ ਆ, ਫਿਰ ਦੁਬਾਰਾ ਮਾਫੀ ਮੰਗ ਲੈਣੀ, ਪਰ ਅੰਦਰ ਆਪਣੇ ਆਪ ਨੂੰ ਇਹ ਟ੍ਰੇਨਿੰਗ ਦੇ ਹੀ ਜਾਣੀ ਕਿ ਇਹ ਹੁਣ ਨਹੀਂ ਕਰਨੀ। ਸੋ ਤਾਂ ਕਿ ਸਾਡਾ ਜਿਹੜਾ ਅੰਦਰਲਾ ਸਿਸਟਮ, ਸਾਡੇ ਸੰਸਕਾਰ ਬਦਲ ਜਾਣ ਔਰ ਸਾਨੂੰ ਖੁਦਾ ਜਿਹੜਾ ਉਹ ਮਾਫ ਕਰ ਦੇਵੇ। ਜੀਸਸ ਜੀ ਕਹਿੰਦੇ ਨੇ ਮਾਫ ਕਰ ਦਿਓ ਅਤੇ ਤੁਹਾਨੂੰ ਮਾਫੀ ਮਿਲੇਗੀ। ਮਤਲਬ ਅਗਰ ਤੁਸੀਂ ਮਾਫ ਕਰੋਗੇ ਤਦ ਹੀ ਤੁਹਾਨੂੰ ਮਾਫੀ ਮਿਲੇਗੀ। ਜੇ ਤੁਸੀਂ ਨਹੀਂ ਕਿਸੇ ਨੂੰ ਮਾਫ ਕਰਦੇ ਤਾਂ ਤੁਹਾਨੂੰ ਈਸ਼ਵਰ ਕੋਲੋਂ, ਪਰਮਾਤਮਾ ਕੋਲੋਂ ਕਿਵੇਂ ਮਾਫੀ ਮਿਲੇਗੀ। ਇਹ ਹੁਣ ਅਸੀਂ ਬਹੁਤ ਵੱਡੀ ਮਿਹਲ ਹੈ। ਸੰਗਤ ਜੀ ਮਿਲਦੀਆਂ ਨੇ 30-30 ਸਾਲ ਪੁਰਾਣੀਆਂ ਗੱਲਾਂ ਲੈ ਕੇ ਅੰਦਰ ਨਾ, ਮਤਲਬ ਉਹਨਾਂ ਨੇ ਹੋਲਡ ਔਨ ਕੀਤਾ ਹੁੰਦਾ, ਦੁਖੀ ਰਹਿੰਦੀਆਂ ਉਹਦੇ ਵਿੱਚ ਹੀ। ਸੋ ਆਪਣਾ ਅਸੀਂ ਇਹ ਮੈਲ ਅਸੀਂ ਸਾਰਿਆਂ ਨੇ ਕੱਢਣੀ ਹੈ। ਸੋ ਖਿਮਾ ਜਿਹੜੀ ਹੈ ਬੰਧਨ ਕੱਟਦੀ ਹੈ, ਸਾਡੀਆਂ ਮੈਲਾਂ ਤੋਂ ਸਾਨੂੰ ਆਜ਼ਾਦ ਕਰਾਉਂਦੀ ਹੈ। ਔਰ ਇਹਦੇ ਫਾਇਦੇ ਗੁਰਬਾਣੀ ਵਿੱਚ ਜਿਹੜੇ ਮਾਫ ਕਰਨ ਦੇ ਲਿਖੇ ਨੇ ਨਾ, ਉਹ ਕਮਾਲ ਦੇ ਨੇ। ਨਾਲ ਅਸੀਂ ਹੁਣ ਗੁਰਬਾਣੀ ਨੂੰ ਲੈਂਦੇ ਆ, ਨਾਲ ਨਾਲ ਇਹਦੇ ਫਾਇਦੇ। ਗੁਰੂ ਮਹਾਰਾਜ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਇਤਨਾ ਜ਼ਿਆਦਾ ਮਾਫੀ ਦੇ ਉੱਤੇ ਜ਼ੋਰ ਦਿੱਤਾ, ਖਿਮਾ ਦੇ ਉੱਤੇ। ਗੁਰਬਾਣੀ ਦੀਆਂ ਬੇਅੰਤ ਪੰਕਤੀਆਂ ਸਾਨੂੰ ਮਿਲਣਗੀਆਂ ਜਿਹਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਾਫ ਕਰਨਾ ਸਿਖਾਉਂਦੇ ਨੇ ਔਰ ਜਰਨਾ ਵੀ ਸਿਖਾਉਂਦੇ ਨੇ, ਸਹਿਣਾ ਵੀ, ਔਰ ਉਹਦੇ ਫਾਇਦੇ ਵੀ ਦੱਸ ਰਹੇ ਨੇ ਕੀ ਨੇ। ਔਰ ਕਮਾਲ ਦੀ ਗੱਲ, ਜਿਹੜੀਆਂ ਯੂਨੀਵਰਸਿਟੀਜ਼ ਨੇ ਰਿਸਰਚਸ ਕੀਤੀਆਂ ਨੇ, ਉਹ ਵੀ ਉਹੀ ਟੋਟਲ ਹੀਲਿੰਗ ਦੀ ਗੱਲ ਕਰ ਰਹੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਮਾਫ ਕਰਨ ਦੁਆਰਾ, ਮਾਫੀ ਮੰਗ ਲੈਣ ਦੁਆਰਾ ਟੋਟਲ ਹੀਲਿੰਗ ਦੀ ਗੱਲ ਕਰ ਰਹੇ ਨੇ। ਹੁਣ ਗੁਰਬਾਣੀ ਵਿੱਚ ਕੀ ਫਾਇਦੇ ਦੱਸੇ ਨੇ, ਬਾਣੀ ਦੀਆਂ ਪੰਕਤੀਆਂ ਵੀ ਅਸੀਂ ਨਾਲ ਲੈਂਦੇ ਆ। ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਖੋਜਤ ਅੰਮ੍ਰਿਤ ਪੀਆ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਲਿਖੀ ਹੈ। ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ, ਖਰਾ ਆਖੇ ਸਭ ਕੋਏ, ਖਰਾ ਰਤਨ ਜੁਗ ਚਾਰੇ ਹੋਏ। ਇੰਨੀ ਜ਼ਿਆਦਾ ਹੀਲਿੰਗ ਥੋੜੀ ਨਹੀਂ, 4 ਯੁੱਗਾਂ ਵਿੱਚ ਉਹਦੀ ਜੈ ਜੈਕਾਰ ਹੋਣ ਲੱਗ ਜਾਂਦੀ, ਉਹਨੂੰ ਸਾਰੇ ਭਲਾ ਕਹਿਣ ਲੱਗ ਜਾਂਦੇ ਨੇ। ਮਤਲਬ ਜਿੱਦਾਂ ਕਿਸੇ ਤ੍ਰੇਤਾ ਯੁੱਗ ਵਿੱਚ ਕਿਸੇ ਨੇ ਅੱਛਾ ਕੰਮ ਕੀਤਾ ਤਾਂ ਕਲ ਯੁੱਗ ਵਿੱਚ ਵੀ ਅਸੀਂ ਉਹਦੇ ਗੀਤ ਗਾਉਂਦੇ ਕਿ ਨਹੀਂ, ਉਹ ਦੇਖੋ ਉਹਨੇ ਕਿੰਨਾ ਚੰਗਾ ਕੰਮ ਕੀਤਾ। ਸੋ ਗੁਰੂ ਮਹਾਰਾਜ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਮਾਫ ਕਰ ਦਿੰਦਾ ਹੈ, ਜਿਹਦੇ ਕੋਲੇ ਖਿਮਾ ਦਾ ਗੁਣ ਹੈ, ਔਰ ਜਿਹੜਾ ਆਪਣੇ ਆਪ ਨੂੰ ਖੋਜ ਰਿਹਾ, ਆਪਣੀਆਂ ਮੇਲਾਂ ਨੂੰ ਦੇਖ ਰਿਹਾ, ਅਸੀਂ ਦੂਸਰਿਆਂ ਦੀਆਂ ਦੇਖ ਰਹੇ ਹਾਂ। ਮਾਰੇ ਕਹਿੰਦੇ ਖੋਜਤ ਅੰਮ੍ਰਿਤ ਪੀਆ, ਆਪਣੇ ਆਪ ਨੂੰ ਖੋਜ ਕੇ ਜਿਹੜਾ ਨਾਮ ਰੂਪੀ ਅੰਮ੍ਰਿਤ ਪੀ ਰਿਹਾ ਹੈ, ਔਰ ਜਿਹੜਾ ਮਾਫ ਕਰ ਦਿੰਦਾ, ਆਪਣੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ, ਉਹਨੂੰ ਤਾਂ ਸਾਰੇ ਹੀ ਭਲਾ ਆਖਦੇ ਨੇ। ਔਰ 4 ਯੁੱਗਾਂ ਦੇ ਵਿੱਚ ਉਹਨੂੰ ਖਰਾ ਰਤਨ ਕਿਹਾ ਜਾਂਦਾ। 4 ਯੁੱਗਾਂ ਵਿੱਚ ਉਹਦੀ ਮਹਿਮਾ। ਦੱਖਣੀ ਓੰਕਾਰ ਦੀ ਬਾਣੀ ਦੇ ਵਿੱਚ ਮਹਾਰਾਜ ਜੀ ਸਾਨੂੰ ਅਲਰਟ ਕਰਦੇ ਨੇ ਵੀ ਅਗਰ ਤੁਸੀਂ ਮਾਫ ਨਹੀਂ ਕੀਤਾ ਫਿਰ ਦੇਖੋ ਤੁਹਾਡਾ ਕੀ ਹੱਲ ਹੋਵੇਗਾ। ਔਰ ਸੰਸਾਰ ਦੇ ਲੋਕਾਂ ਤੇ ਵੀ ਸਾਡੀ ਦ੍ਰਿਸ਼ਟੀ ਦਿਵਾ ਰਹੇ ਨੇ ਵੀ ਦੁਨੀਆ ਦੇ ਲੋਕ ਮਾਫ ਨਹੀਂ ਕਰਦੇ। ਜਦੋਂ ਮਾਫ ਨਹੀਂ ਕਰਦੇ, ਮਹਾਰਾਜ ਜੀ ਕਹਿੰਦੇ ਫਿਰ ਉਹ ਮਰ ਖੱਪ ਜਾਂਦੇ ਨੇ,
और किन्ने लोग ने ਜਿਹੜੇ नहीं माफ करते और उन्होंने गिनती नहीं की जा सकती, वो मर खप जाते हैं उसी नैगेटिविटी विच, उसी बदला लैण की भावना विच, उसी मैल दे विच। गुरु महाराज जी कहते ने खिमा विहूणे खप गए खूहण लख असंख, जिन्हों ने माफ नहीं किया वो तो मर खप गए। गुरु महाराज जी किन्ने के जाने, महाराज कहते लखा ही असंखा ही। फिर महाराज कहते लखा संखा तो बाद कहते गणत ना आवे क्यों गणी, उन्होंने गिनती नहीं की जा सकती। खूहण लख विसंख, विसंख बेअंत लोग जिन्होंने माफ नहीं किया, तो की हुंदा अंदर बदला लैण की भावना चली जाती। फिर पीढ़ी दर पीढ़ी भी ये जिहड़ियां दुश्मनियां चलदियां रहिंदियां ने, सो मर खप जांदे ने खानदान दे खानदान ही। गुरु नानक सच्चे पातशाह जी कहते तुसीं करो की, महाराज कहते सत संतोख रहो जन भाई, खिमा गहो सतगुर सरनाई, आत्म चीन प्रातम चीनो, गुर संगत ए निस्तारा रहे। महाराज कहते गुरु दी संगत ने थानू रिजल्ट दे दिता, निचोड़ दे दिता कि तुसीं की करो, सच दे विच रहो, सबर संतोख दे विच रहो, और तुसीं जिहड़ा है माफ करना अपना सुभाव बनाओ। गुरु दी शरण विच पै के, मतलब गुरु दे बचन कमा के माफ करना अपना सुभाव बना दिओ, तां फिर की होवेगा, आत्म चीन, अपना सैल्फ रियलाइजेशन करो, अपनी आत्मा नू जानो। फिर कहंदे प्रातम चीनो, पराए विच भी परमात्मा देखो, ये काम करो, माफ करना सीखो गुरु दी शरण विच। सो ये बाणी जिहड़ी हुण असीं विचारां कर रहे, गुरु दी शरण विच ही असीं इस वक्त गुरबाणी नू सुन रहे हाँ, समझ रहे हाँ, और नालों नाल जिन्हों याद आ गया भी उदों मैं माफ नहीं किया, वो अज ही हुणे ही कड्ढी जाना, असीं रखना नहीं आ, हीलिंग अज ही करनी असीं अपने सारिਆਂ ने, माफी मंगनी भी असीं। गुरु महाराज जी कहते ने कि देखो असीं जदों माफ नहीं करते तो किन्ना बोलते हैं, गंदे शब्द भी बोलते, लड़ाइयां झगड़े भी करते हैं। गुरु महाराज कहते बके ना बोले खिमा धन संग्रह, तामस नाम जलाए, धन गिर ही सन्यासी जोगी जे हर चरनी चित लाए। गुरु महाराज कहते वो चाहे गृहस्थी है, चाहे जोगी है, चाहे सन्यासी है, वो तो धन है। जेड़ा किसी दी कोई उन्ना गलत काम करता तो उन्ना अगर लड़ाई झगड़े नहीं करता, गंदा नहीं बोलता, तो और माफ कर दिंदा, और इस मैल नू हुण अंदर दुख तो होया अगर किसी ने बुरा किया, उन्होंने काहदे विच साफ करदा, असीं तां बोल के कढना चाहुंदे आ। वो कहंदे ने वो परमात्मा दे नाम विच जुड़ के अपनी अंदर दी मैल नू साफ कर लैंदा। गुरु नानक सच्चे पातशाह जी कहंदे ने वो चाहे गृहस्थी है, चाहे जोगी है, चाहे सन्यासी है, वो धन है। असीं सारे गृहस्थी आ संगत जी, सो नाम दे विच अपनी मैल नू जला लईए, ना बोलिया करिए भी उन्हें ओह कीता ओह कीता। कई बार उन्होंने सामने नहीं कहते, पिठ पिछे उहदियां करते रहंदे हैं, सो वो भी बहुत वड्डी मैल असीं जमा करी जांदे हां। गुरु महाराज जी कहंदे ने भी इनू धन आख्या महाराज जी ने खिमा नू, जिवें नाम धन है ना, सो उस नाम धन दा खिमा भी एक हिस्सा है। सो असीं नाम धन दे शेयर होल्डर बनी जांदे हैं जिउं जिउं असीं माफ करी जांदे हैं, क्योंकि अंदरों साडे वो मैल साफ होई जांदी है। समझ लो असीं नाम नाल जुड़ी जा रहे हैं, नाम दा हिस्सा, नाम दा अंग बनी जा रहे हैं। गुरु नानक सच्चे पातशाह जी दी बाणी लई संगत जी, वो सारे सतगुरां ने लिखिया, पर आपां पहले पातशाह दी बाणी लई। महाराज कहंदे राम रवंता जाणिए एक माई भोग करे, तां के लखण जाणिए खिमा तन संगे। महाराज कहंदे ओ समझो भी उन्हें राम नू जान लिया, वो परमात्मा दे विच जुड़िया पिया, रमिया पिया, जिन्हें की आ माई जिहड़ा माया दे संसार नू खा लिया, खत्म कर लिया, मतलब अपने बच्चे वो समझ लो परमात्मा नाल जुड़िया होया। और होर कहंदे उहदी निशानी की है, उन्हें खिमा धन इकट्ठा कर लिया अपने पास, नाम धन इकट्ठा करना। महाराज कहंदे खिमा धन, माफी दा धन उन्हें इकट्ठा कर लिया। इहदा मतलब कि जिंदगी विच बार बार होएगा इस तरह कुछ भी माड़ा साडे नाल, सो बार बार असीं माफ करी जाना, तां इह धन साडे कोल इकट्ठा होई जाना। ते गुरु महाराज जी कहंदे ने अपना श्रृंगार असीं किवें करदे, सारे जाने ना सोहणे सोहणे कपड़े पा के बैठे, कई कुछ करते हैं, सो वो भी महाराज ने मना नहीं किया, गहने पहनण नूं भी मना नहीं किया। जे प्रसाद आ भूखण पहरीजै, मन ते सिमरत को आलस कीजे। कहंदे बस उहदा परमात्मा नूं याद रखी, तू पहन ला कोई गल नहीं। सो श्रृंगार भी कर लो, आ जिहड़े सोहणे सोहणे कपड़ियां दा कीता होया, लेकिन महाराज जी कहंदे तू असली श्रृंगार की है, मन दा श्रृंगार कर।
ਇਹ ਮਨ ਦਾ ਸ਼ਿੰਗਾਰ ਕਰ, ਇਹਨੂੰ ਗਹਿਣਾ ਕਾਹਦਾ ਪਹਿਨਾ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ। ਸਵਾਸਾਂ ਦੇ ਨਾਲ ਹੈ ਇਹਨੂੰ ਸਵਾਰ, ਤੇ ਕੀ ਕਰ ਕਿਵੇਂ ਸਵਾਸਾਂ, ਮਤਲਬ ਹਰ ਇੱਕ ਸਾਹ ਦੇ ਨਾਲ ਕੀ ਕਰ। ਖਿਮਾ ਸਿਗਾਰ ਕਾਮਣ ਤਨ ਪਹਿਰੇ, ਰਾਵੇ ਲਾਲ ਪਿਆਰੇ। ਮਤਲਬ ਹਰ ਸਾਹ ਦੇ ਨਾਲ ਮਾਫ ਕਰੀ ਜਾ। ਹਰ ਸਾਹ ਨਾਲ ਨਾਮ ਜਪਣ ਨੂੰ ਤਾਂ ਕਹਿੰਦੇ ਹੀ ਨੇ ਮਹਾਰਾਜ ਜੀ, ਲੇਕਿਨ ਇੱਥੇ ਕਹਿੰਦੇ ਨੇ ਤੂੰ ਮਾਫ ਵੀ ਕਰੀ ਜਾ। ਇੰਨਾ ਕੁ ਜ਼ਿਆਦਾ ਮਾਫੀ ਸਾਡੇ ਅੰਦਰ ਹੋਣੀ ਚਾਹੀਦੀ ਹੈ। ਮਾਫੀ ਮੰਗਣ ਦਾ ਵੀ ਔਰ ਮਾਫੀ ਦੇਣ ਦਾ ਵੀ ਸਾਡਾ ਸੁਭਾਅ। ਫਿਰ ਕਹਿੰਦੇ ਤੂੰ ਪਰਮਾਤਮਾ ਦੀ ਪਿਆਰੀ ਜੀਵਾਤਮਾ ਤੂੰ ਬਣ ਜਾਏਗੀ। ਨਹੀਂ ਤਾਂ ਅਸੀਂ ਜਿੰਨਾ ਮਰਜ਼ੀ ਪਾਠ ਕਰੀ ਜਾਈਏ, ਸੇਵਾ ਸੰਗਤ ਕਰੀ ਜਾਈਏ, ਅਸੀਂ ਪਰਮਾਤਮਾ ਦੇ ਪਿਆਰੇ ਨਹੀਂ ਹੋ ਪਾਵਾਂਗੇ। ਸੋ ਬਾਬਾ ਕਬੀਰ ਜੀ ਦਾ ਵੀ ਬਚਨ ਲੈ ਲੈਂਦੇ ਹਾਂ, ਭਗਤਾਂ ਦੀ ਬਾਣੀ ਵਿੱਚੋਂ ਵੀ ਲੈ ਲੈਂਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਨੇ, ਜਹਾਂ ਗਿਆਨ ਤਹ ਧਰਮ ਹੈ। ਐਕਚੁਅਲੀ ਧਰਮ ਕਿੱਥੋਂ ਸ਼ੁਰੂ ਹੁੰਦਾ? ਜਦੋਂ ਸਾਡੇ ਕੋਲ ਸੱਚ ਦਾ ਗਿਆਨ ਆਉਣਾ ਸ਼ੁਰੂ ਹੋ ਜਾਂਦਾ, ਫਿਰ ਅਸੀਂ ਸਮਝੀਏ ਕਿ ਅਸੀਂ ਧਰਮੀ ਹੈ, ਉੱਥੋਂ ਧਰਮ ਸ਼ੁਰੂ ਹੁੰਦਾ। ਔਰ ਜਹਾਂ ਝੂਠ ਤਹ ਪਾਪ। ਜਦ ਵੀ ਅਸੀਂ ਝੂਠ ਵਿੱਚ ਆ, ਸਮਝ ਲਓ ਅਸੀਂ ਪਾਪ ਵਿੱਚ ਆ। ਝੂਠ ਬੋਲ ਰਹੇ ਹਾਂ ਤਾਂ ਅਸੀਂ ਪਾਪ ਕਰ ਰਹੇ ਹਾਂ। ਔਰ ਜਹਾਂ ਲੋਭ ਤਹ ਕਾਲ ਹੈ। ਜਿੱਥੇ ਲੋਭੀ ਵਿਰਤੀ ਹੈ, ਅਸੀਂ ਕਾਲ ਚ ਫਸੇ ਹਾਂ। ਔਰ ਜਹਾਂ ਖਿਮਾ ਤਹ ਆਪ। ਜਿੱਥੇ ਮਾਫੀ ਉੱਥੇ ਹੀ ਪਰਮਾਤਮਾ। ਸੋ ਜਿੱਥੇ ਪਰਮਾਤਮਾ ਉੱਥੇ ਟੋਟਲ ਹੀਲਿੰਗ ਹੈ ਕਿ ਨਹੀਂ? ਟੋਟਲ ਹੀਲਿੰਗ ਹੈ। ਸੋ ਗੁਰੂ ਮਹਾਰਾਜ ਜੀ ਨੇ ਸਾਨੂੰ ਬਾਣੀ ਬੇਅੰਤ ਸੰਗਤ ਜੀ ਪੰਕਤੀਆਂ ਨੇ, ਬੇਅੰਤ ਆ ਜਿੱਥੇ ਹੁਣ ਮਹਾਰਾਜ ਜੀ ਨੇ ਮੁਕਤੀ ਵੀ ਕਹਿ ਦਿੱਤਾ, ਤੈਨੂੰ ਰੋਗ ਵੀ ਨਹੀਂ ਵਿਆਪਣਗੇ। ਟੋਟਲ ਹੀਲਿੰਗ, ਇਹ ਸਾਰੀ ਹੀਲਿੰਗ ਹੀ ਹੋ ਰਹੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਖਿਮਾ ਗਹੀ ਵਰਤ ਸੀਲ ਸੰਤੋਖ। ਰੋਗ ਲੋਕ ਜਿਹੜੇ ਨੇ ਵਰਤ ਰੱਖਦੇ ਨੇ, ਕੋਈ ਭੁੱਖੇ ਰਹਿੰਦੇ ਨੇ, ਕੋਈ ਕਿਸੇ ਤਰ੍ਹਾਂ ਦਾ ਵਰਤ ਰੱਖਦੇ ਨੇ। ਮਹਾਰਾਜ ਜੀ ਕਹਿੰਦੇ ਤੂੰ ਕਿੱਦਾਂ ਦਾ ਵਰਤ ਰੱਖ? ਮਾਫ ਕਰਨ ਦਾ ਵਰਤ ਰੱਖ। ਵਰਤ ਕਰਨ ਦਾ ਮਤਲਬ ਹੁੰਦਾ ਜਿਵੇਂ ਕੋਈ 40 ਦਿਨ ਦਾ ਵਰਤ ਰੱਖਿਆ ਜੀ, ਸੋ 40 ਦਿਨ ਅਸੀਂ ਆ ਨਹੀਂ ਕਰਨਾ। ਜਾਂ ਕਿਸੇ ਨੇ ਇੱਕ ਦਿਨ ਦਾ ਰੱਖਿਆ, ਅੱਜ ਸਾਰਾ ਦਿਨ ਖਾਣਾ ਨਹੀਂ ਖਾਣਾ, ਪੂਰਾ ਸੰਕਲਪ ਹੁੰਦਾ, ਔਰ ਸਾਰਾ ਦਿਨ ਉਹ ਨਹੀਂ ਫਿਰ ਖਾਂਦਾ। ਸੋ ਮਹਾਰਾਜ ਜੀ ਕਹਿੰਦੇ ਤੂੰ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਸੰਗਤ ਜੀ ਕਹਿ ਰਹੇ ਨੇ, ਅਸੀਂ ਕਿਹੋ ਜਿਹਾ ਵਰਤ ਰੱਖੀਏ? ਮੁਆਫ ਕਰਨ ਦਾ। ਫਿਰ ਸੁਭਾਅ ਕਿੱਦਾਂ ਦਾ ਬਣਾ ਆਪਣਾ? ਸੀਲ ਸੰਤੋਖ, ਸਬਰ ਰੱਖ ਆਪਣੇ ਅੰਦਰ, ਸੀਲ ਸੁਭਾਅ ਰੱਖ। ਫਿਰ ਇਹਦਾ ਫਲ ਕੀ ਤੈਨੂੰ ਮਿਲੇਗਾ? ਰੋਗ ਨਾ ਵਿਆਪੇ, ਜੰਮ ਨਾ ਦੋਖਨ। ਤੈਨੂੰ ਬਿਮਾਰੀਆਂ ਵੀ ਨਹੀਂ ਲੱਗਣਗੀਆਂ, ਤੈਨੂੰ ਮੌਤ ਵੀ ਨਹੀਂ ਛੂ ਪਾਏਗੀ। ਸਰੀਰ ਖਤਮ ਹੋਏਗਾ, ਮਤਲਬ ਤੂੰ ਉਸ ਪਰਮਾਤਮਾ ਨਾਲ ਜੁੜ ਜਾਏਗਾ। ਤੂੰ ਫਿਰ ਜੰਮਣਾ ਮਰਨ ਦੀ ਖੇਲ ਤੇਰੀ ਖਤਮ ਹੋ ਜਾਏਗੀ, ਤੈਨੂੰ ਜੰਮ ਨਹੀਂ ਪਕੜੇਗਾ ਆ ਕੇ। ਕਿੰਨੀ ਖੇਡ ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਮੁਕਤ ਪਏ ਪ੍ਰਭ ਰੂਪ ਨਾ ਵੇਖੋ। ਤੂੰ ਮੁਕਤ ਹੋ ਜਾਏਗਾ। ਉਹ ਪਰਮਾਤਮਾ ਜੀ ਦਾ ਨਾ ਕੋਈ ਰੂਪ ਹੈ, ਨਾ ਕੋਈ ਆਕਾਰ ਹੈ, ਉਹਦੇ ਵਿੱਚ ਹੀ ਸਮਾ ਜਾਏਗਾ। ਇਸ ਤੋਂ ਵੱਧ ਕੇ ਹੀਲਿੰਗ ਤਾਂ ਹੋਰ ਕੋਈ ਨਹੀਂ ਹੋ ਸਕਦੀ। ਸੰਸਾਰ ਦੀਆਂ ਰਿਸਰਚਸ ਵੀ ਕੀ ਕਹਿੰਦੀਆਂ ਨੇ? ਉਹ ਕਹਿੰਦੀਆਂ ਨੇ ਕਿ ਜਿਹੜੀ ਹੀਲਿੰਗ ਆ ਨਾ, ਇਹ ਪਹਿਲਾਂ ਯੂਨੀਵਰਸਿਟੀ ਦਾ ਥੋੜਾ ਜਿਹਾ ਇੱਕਦਮ ਨਾਮ ਲੈ ਲਵਾਂ, ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਕਲੀਅਰ ਹੋ ਜਾਂਦਾ, ਹਾਂ ਇੱਥੇ ਰਿਸਰਚਸ ਹੋਈਆਂ ਨੇ। ਸੋ ਯੂਨੀਵਰਸਿਟੀ ਆਫ ਵਿਸਕੌਨਸਿਨ ਤੇ ਮਲੇਸ਼ੀਆ ਦੀ ਯੂਨੀਵਰਸਿਟੀ ਹੈ, ਇੱਕ ਇੰਟਰਨੈਸ਼ਨਲ ਫॉरगिवनेस ਇੰਸਟੀਟਿਊਸ਼ਨ ਹੈ, ਜਿੱਥੇ ਕਿ ਫॉरगिवनेस ਥੈਰੇਪੀ ਹੁੰਦੀ ਹੈ ਲਗਾਤਾਰ। ਔਰ ਵੈਸਟਰਨ ਔਰੀਗੋਨ ਯੂਨੀਵਰਸਿਟੀ USA ਦੀ ਹੈ, ਪੋਰਟਲੈਂਡ ਸਟੇਟ ਯੂਨੀਵਰਸਿਟੀ ਔਰ ਯੂਨੀਵਰਸਿਟੀ ਆਫ ਜਾਰਜੀਆ। ਕਿੰਨੀਆਂ ਹੀ ਨੇ, ਮੈਂ 4-5 ਦੇ ਨਾਮ ਲਏ ਨੇ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਫॉरगिवनेस ਦੇ ਉੱਤੇ ਕੰਮ ਕੀਤਾ, ਲੋਕਾਂ ਨੂੰ ਮਾਫ ਕਰਨਾ ਸਿਖਾਇਆ, ਸਟੈਪਸ ਦੱਸੇ ਕਿਵੇਂ ਮਾਫ ਕਰਨਾ। ਉਸ ਤੋਂ ਬਾਅਦ ਫਿਰ ਇਹ ਜਿਹੜਾ ਰਿਜ਼ਲਟ ਦੇ ਰਹੇ ਨੇ, ਇਹ ਕਹਿੰਦੇ ਨੇ ਕਿ ਮਾਫੀ ਕਰਨ ਦੇ ਕੀ ਫਾਇਦੇ ਹੋ ਗਏ। ਯੂਨੀਵਰਸਿਟੀਜ਼ ਕਹਿੰਦੀਆਂ ਨੇ ਕਿ ਇਹ ਤਾਂ ਹੈਪੀਨੈਸ ਦੀ ਮਾਸਟਰ ਕੀ ਹੈ। ਜਿਹੜੀ ਮਾਫ ਕਰਨਾ, ਮਾਫੀ ਮੰਗ ਲੈਣੀ, ਹੈਪੀਨੈਸ ਦੀ ਮਾਸਟਰ ਕੀ ਹੈ। ਸਭ ਮਾਸਟਰ ਕੀ ਪਤਾ ਨਾ, ਜਿਹੜਾ ਸਭ ਕੁਝ ਖੋਲ ਕੇ ਰੱਖਦਾ ਹੈ ਕਿ ਕੁਝ ਨਹੀਂ ਬੰਦ ਰਹੇਗਾ। ਸੋ ਇਹ ਸਾਡੀ ਅੰਦਰਲਾ ਨੈਗੇਟਿਵਿਟੀ, ਮੈਲ, ਸਾਡੀਆਂ ਬਿਮਾਰੀਆਂ, ਸਾਡੀ ਰਿਜ਼ੈਂਟਮੈਂਟ, ਸਾਡੀ ਜਿਹੜੀ ਸਾਰੀ ਉਹਨੂੰ ਸਾਫ਼ ਕਰਕੇ ਰੱਖਦੇ ਬੈਠੀ। ਹੋਰ ਇਹ ਕਹਿ ਰਹੇ ਨੇ ਕਿ ਯਕੀਨਨ ਟੋਟਲ ਹੈਲਥ ਤੁਹਾਨੂੰ ਮਿਲੇਗੀ ਫॉरगिवनेस ਦੇ ਨਾਲ, ਮਾਫ ਕਰਨ ਨਾਲ ਔਰ ਮਾਫੀ ਮੰਗਦੇ ਨਾਲ। ਕਿਉਂਕਿ ਇਹਦੇ ਉੱਤੇ ਉਹਨਾਂ ਨੇ ਨਾ, ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੇ ਉੱਤੇ ਬਹੁਤ ਕੰਮ ਕੀਤਾ, ਕੈਂਸਰ ਦੇ ਪੇਸ਼ੈਂਟਸ ਦੇ ਉੱਤੇ ਵੀ ਕੰਮ ਕੀਤਾ। ਉਹ ਦੱਸ ਰਹੇ ਨੇ ਕਿ ਜਦੋਂ ਉਹਨਾਂ ਨੂੰ 10 ਸਾਲ ਪੁੱਛਿਆ ਗਿਆ
मतलब 10 साल ਉਹੀ ਪੇਸ਼ੈਂਟਸ ਨੂੰ ਨੇ 10 ਸਾਲ ਪਹਿਲਾਂ ਉਹ ਸਰਵੇ ਕਰਦੇ ਰਹੇ ਕਿ ਇਹ ਜਿਹੜੇ ਕੈਂਸਰ ਦੇ ਪੇਸ਼ੈਂਟਸ ਨੇ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ, ਕੀ ਕਾਰਨ ਆ। ਕਿਉਂਕਿ WHO ਵਾਲਿਆਂ ਨੇ ਡਿਕਲੇਅਰ ਕਰ ਦਿੱਤਾ ਕਿ ਮੋਰ ਦੈਨ 90% ਬਿਮਾਰੀਆਂ ਸਾਨੂੰ ਮਨ ਦੀ ਨੈਗੇਟਿਵਿਟੀ ਦੇ ਕਾਰਨ ਹੀ ਹੁੰਦੀਆਂ ਨੇ। ਤਾਂ ਉਹਨਾਂ ਦੇ ਉੱਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ। 10 ਸਾਲ ਰਿਸਰਚਸ ਚੱਲੀਆਂ, ਪੁੱਛਿਆ ਗਿਆ ਵੀ ਤੁਹਾਡਾ ਸੁਭਾਅ ਕਿਹੋ ਜਿਹਾ ਰਿਹਾ ਜੀਵਨ ਭਰ, ਤੁਹਾਨੂੰ ਕਿਸ ਨਾਲ ਨਾਰਾਜ਼ਗੀ ਤਾਂ ਨਹੀਂ, ਇਸ ਤਰ੍ਹਾਂ ਕਰਕੇ ਸਾਰਾ ਪੁੱਛਦੇ ਰਹੇ। ਫਾਈਨਲੀ ਪਤਾ ਚੱਲਿਆ ਕਿ ਉਹ ਅੰਦਰ ਕਿਸੇ ਲਈ ਮਨ ਦੇ ਵਿੱਚ ਨਾ ਉਹਨਾਂ ਨੇ ਰਿਜ਼ੈਂਟਮੈਂਟ ਰੱਖੀ ਹੋਈ ਸੀ, ਜ਼ਿਆਦਾਤਰ ਜਿਹੜੇ ਕੈਂਸਰ ਵਾਲੇ ਪੇਸ਼ੈਂਟ ਸੀਗੇ। ਔਰ ਉਹ ਐਵੇਂ ਵੀ ਚਾਹੁੰਦੇ ਸੀ ਉਹਨਾਂ ਨਾਲ ਵੀ ਬੁਰਾ ਹੋਵੇ ਤਾਂ ਅਸੀਂ ਖੁਸ਼ ਹੋਵਾਂਗੇ ਜ਼ਿੰਦਗੀ ਦੇ ਵਿੱਚ। ਸੋ ਉਹ ਫਿਰ ਆਪਣੀ ਉਹ ਐਕਚੁਅਲੀ ਉਹ ਮੈਲ ਅਸੀਂ ਆਪਣੇ ਅੰਦਰ ਪੈਦਾ ਕਰ ਲੈਂਦੇ ਨਾ, ਖੁਦ ਹੀ ਉਹਦੇ ਵਿੱਚ ਜੁੜ ਜਾਂਦੇ ਆ। ਫਿਰ ਉਹਨਾਂ ਨੇ ਕੰਮ ਕਰਾਉਣਾ ਸ਼ੁਰੂ ਕੀਤਾ ਕਿ ਇਹਨਾਂ ਨੂੰ ਹੁਣ ਇਹ ਸਿਖਾਈਏ ਵੀ ਤੁਸੀਂ ਅਗਰ ਹੀਲਿੰਗ ਚਾਹੁੰਦੇ ਹੋ ਨਾ ਛੇਤੀ ਤੋਂ ਛੇਤੀ ਬਿਮਾਰੀ ਤੋਂ, ਫਿਰ ਤੁਸੀਂ ਉਹਨਾਂ ਨੂੰ ਫੋਰਗਿਵ ਕਰੋ। ਉਹ ਸਟੈਪਸ ਵੀ ਸਿਖਾਏ, ਉਹ ਵੀ ਅਸੀਂ ਸਿੱਖਾਂਗੇ ਕੀ ਸਟੈਪਸ ਨੇ। ਤੁਸੀਂ ਉਹਨਾਂ ਨੂੰ ਫੋਰਗਿਵ ਕਰੋ, ਮਾਫ ਕਰ ਦਿਓ। ਤੋ ਜਿਨ੍ਹਾਂ ਨੇ ਮਾਫ ਕੀਤਾ, ਰਿਜ਼ਲਟਸ ਕੀ ਆਏ, 70% ਉਹ ਕਹਿੰਦੇ ਨੇ ਛੇਤੀ ਹੀਲ ਹੋਣਾ ਸ਼ੁਰੂ ਹੋ ਗਏ। ਔਰ ਜਿਹੜਾ ਨੇ ਪਤਾ ਹੀ ਸੀ ਮਰਨਾ ਹੀ ਹੈ, ਉਹਨਾਂ ਕੋਲ ਬਹੁਤ ਥੋੜਾ ਟਾਈਮ ਹੈ, ਉਹ ਜਦੋਂ ਮਰੇ ਨੇ ਉਹ ਬੜਾ ਪੀਸਫੁਲ ਹੋ ਕੇ ਮਰੇ ਨੇ। ਬਿਮਾਰੀ 'ਚ ਤਾਂ ਉਹਨਾਂ ਨੇ ਮਰਨਾ ਹੀ ਸੀ, ਲੇਕਿਨ ਹੁਣ ਜਿਹੜਾ ਅੰਦਰ ਉਹ ਛਟਪਟਾਈ ਜਾਂਦੇ ਸੀਗੇ ਵੀ ਉਹਦੇ ਨਾਲ ਵੀ ਬੁਰਾ ਹੋਵੇ, ਮੈਂ ਦੇਖ ਕੇ ਮਰਾਂ ਏਦਾਂ, ਉਹ ਕਹਿੰਦੇ ਨੇ ਉਹ ਬੜਾ ਪੀਸਫੁਲ। ਔਰ ਉਹਨਾਂ ਦੀਆਂ ਬਾਡੀ ਦੇ ਵਿੱਚ ਪੇਨਸ ਵੀ ਬਹੁਤ ਘੱਟ ਹੋਈਆਂ, ਮਨ ਵਿੱਚ ਵੀ ਬਾਡੀ ਵਿੱਚ ਵੀ। ਔਰ 30% ਜਿਨ੍ਹਾਂ ਨੇ ਨਹੀਂ ਮਾਫ ਕੀਤਾ ਉਹ ਚੰਗੀ ਤਰ੍ਹਾਂ ਉਹਨਾਂ ਦੇ ਅੰਦਰ ਤੜਪਣ ਰਹੀ, ਬਾਡੀ ਵਿੱਚ ਵੀ ਮਨ ਦੇ ਵਿੱਚ ਵੀ, ਔਰ ਬੜਾ ਅਸ਼ਾਂਤ ਹੋ ਕੇ ਚੀਕ ਚਿਹਾੜਾ ਪਾ ਕੇ ਉਹ ਹੋ ਗਏ। ਹੁਣ ਅਲੱਗ ਗੱਲ ਹੈ ਕਿ ਉਹ ਇੰਜੈਕਸ਼ਨ ਦੇ ਦਿੰਦੇ ਨੇ ਤੇ ਉਹ ਕਿਸੇ ਨੂੰ ਇਦਾਂ ਤੜਪਣ ਨਹੀਂ ਦਿੰਦੇ ਵੀ ਉਹਨੂੰ ਸਲੋ ਕਰੀ ਜਾਂਦੇ ਨੇ। ਪਰ ਇਹ ਉਸ ਟਾਈਮ ਦੀਆਂ ਰਿਸਰਚਸ ਨੇ ਜਦੋਂ ਕਿ ਕੈਂਸਰ ਵਾਲਾ ਪੇਸ਼ੈਂਟ ਆਪਣੀ ਪੇਨ ਦੇ ਨਾਲ ਉੱਚੀ ਉੱਚੀ ਚੀਕਾਂ ਮਾਰਦਾ ਸੀ। ਉਹ ਕਹਿੰਦੇ ਨੇ ਉਹ ਇਸੇ ਤਰ੍ਹਾਂ ਹੀ ਫਿਰ ਉਹ ਗਏ ਨੇ। ਫਿਰ ਇਹਨਾਂ ਨੇ ਹੋਰ ਸਾਰੇ ਪੇਸ਼ੈਂਟਸ ਦੇ ਉੱਤੇ ਕੰਮ ਕੀਤਾ। ਉਹਦੇ ਵਿੱਚ ਜਿਹੜੇ BP ਵਾਲੇ ਸੀ, ਹਾਰਟ ਵਾਲੇ ਪੇਸ਼ੈਂਟ ਸੀ, ਆਰਥਰਾਈਟਿਸ ਵਾਲੇ ਸੀਗੇ। ਔਰ ਸੰਗਤ ਜੀ ਕਈ ਆਰਥਰਾਈਟਿਸ ਵਾਲੇ ਪੇਸ਼ੈਂਟਸ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਹੋਇਆ ਸੀ ਕਿ ਤੁਹਾਡਾ ਸਾਰੀ ਉਮਰ ਇਹ ਰੋਗ ਨਾਲ ਚੱਲੇਗਾ, ਹੁਣ ਤੁਹਾਡਾ ਇੰਨਾ ਦਵਾਈ ਖਾਈ ਜਾਓ, ਤੁਹਾਨੂੰ ਦਵਾਈ ਨੇ ਸਿਰਫ ਇੰਨਾ ਕੰਮ ਕਰਨਾ ਕਿ ਤੁਹਾਨੂੰ ਪੇਨ ਨਹੀਂ ਹੋਵੇਗੀ ਜਾਂ ਘੱਟ ਪੇਨ ਹੋਵੇਗੀ, ਲੇਕਿਨ ਤੁਹਾਡੀ ਬਾਡੀ ਨਾਰਮਲ ਨਹੀਂ ਹੋਵੇਗੀ। ਉਹਦੇ ਵਿੱਚ ਵੀ ਉਹ ਕਹਿੰਦੇ ਕਮਾਲ ਹੋ ਗਿਆ, ਜੁੜੇ ਹੋਏ ਸਰੀਰ ਵੀ ਠੀਕ ਹੋਣੇ ਸ਼ੁਰੂ ਹੋ ਗਏ। ਪਰ ਕਿਹਨਾਂ ਦੇ ਹੋਏ? ਜਿਹੜੇ ਇਸ ਪ੍ਰੋਸੈਸ ਦੇ ਵਿੱਚ ਗਏ, ਜਿਨ੍ਹਾਂ ਨੇ ਇਹ ਫੋਰਗਿਵਨੈਸ ਜੋ ਸਿੱਖੀ ਔਰ ਕੀਤਾ, ਜਿਨ੍ਹਾਂ ਨੇ ਫੋਰਗਿਵ ਕੀਤਾ ਔਰ ਆਪਣੀਆਂ ਵੀ ਉਹਨਾਂ ਨੇ ਲਿਖ ਲਿਖ ਕੇ ਮਾਫੀਆਂ ਮੰਗੀਆਂ, ਫੋਨ ਕਰ ਕਰਕੇ ਮਾਫੀਆਂ ਮੰਗੀਆਂ, ਇਵੇਂ ਜਿਨ੍ਹਾਂ ਨੇ ਕੀਤਾ ਤੇ ਉਹ ਜਿਹੜੇ ਨੇ ਜੁੜਿਆ ਸਰੀਰ ਉਹਨਾਂ ਦਾ ਖੁੱਲ ਗਿਆ ਔਰ ਠੀਕ ਹੋ ਗਏ। ਇਹਨਾਂ ਨੇ 1000 ਬਿਮਾਰੀਆਂ ਦਾ ਜ਼ਿਕਰ ਕੀਤਾ ਸੰਗਤ ਜੀ। ਸੋ ਮੈਂ ਆਪ ਜੀ ਨਾਲ ਦੋ ਮੇਜਰ ਗੱਲਾਂ ਕੀਤੀਆਂ, ਕਿਉਂਕਿ ਆਰਥਰਾਈਟਿਸ ਵਾਲੇ ਸਾਨੂੰ ਪਤਾ ਵੀ ਆਪਾਂ ਕਹਿੰਦੇ ਹੁਣ ਬਿਮਾਰੀ ਲੱਗ ਗਈ, ਹੁਣ ਕਿੱਥੇ ਠੀਕ ਹੋਣੀ, ਹੁਣ ਤਾਂ ਇਉਂ ਹੋਈ ਜਾਣਾ। ਕੈਂਸਰ ਵਾਲਿਆਂ ਨੂੰ ਅਸੀਂ ਕਿਵੇਂ ਦੇਖਦੇ ਹਾਂ। ਸੋ ਹਾਰਟ ਦੇ ਉਹਨਾਂ ਨੇ ਕਿਹਾ ਵੀ ਜਿਹੜੇ ਰਿਸਕ ਲੈਵਲ ਸੀ ਉਹ ਘਟਣੇ ਸ਼ੁਰੂ ਹੋ ਗਏ, ਔਰ ਬੈਡ ਕੋਲੇਸਟ੍ਰੋਲ ਜਿਹੜਾ LDL ਉਹ ਘਟਣ ਲੱਗ ਗਿਆ, ਔਰ HDL ਜਿਹੜਾ ਉਹ ਉਹਨਾਂ ਦਾ ਵਧਣ ਲੱਗ ਗਿਆ। ਫਿਰ ਇਹਨਾਂ ਨੇ ਜਿਹੜੇ ਹੋਰ ਦੂਸਰੀ ਤਰ੍ਹਾਂ ਫਾਇਦੇ ਦੱਸੇ ਨੇ, ਇਹ ਤਾਂ ਬਿਮਾਰੀਆਂ ਦੀ ਗੱਲ ਕੀਤੀ ਹੈ। ਤੇ ਉਹਨਾਂ ਨੇ ਕਿਹਾ ਆ ਕਿ ਫੋਰਗਿਵਨੈਸ ਜਿਹੜਾ ਇਹ ਤੁਹਾਨੂੰ ਫਰੀडम ਦਿੰਦਾ, ਇਹ ਤੁਹਾਨੂੰ ਲਾਈਟ ਕਰਦਾ, ਤੁਹਾਨੂੰ ਮਾਈਟ ਜਿਵੇਂ ਆਪਾਂ ਸ਼ਕਤੀ ਦੀ ਗੱਲ ਕੀਤੀ ਹੈ, ਔਰ ਤੁਹਾਡੇ 'ਚ ਪਿਓਰਿਟੀ ਲੈ ਕੇ ਆਉਂਦਾ, ਔਰ ਤੁਹਾਡੇ 'ਚ ਲਵ ਆਉਂਦਾ, ਤੁਸੀਂ ਪੀਸਫੁਲ ਰਹਿਣ ਲੱਗ ਜਾਂਦੇ ਹੋ, ਹੈਪੀਨੈਸ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਧਦੀ ਹੈ, ਸੈਲਫ ਸਟੀਮ ਵਿੱਚ ਵਾਧਾ ਹੁੰਦਾ, ਤੁਸੀਂ ਮੋਰ ਫਰੈਂਡਲੀ ਹੋ ਜਾਂਦੇ ਹੋ, ਔਰ ਤੁਹਾਡਾ ਸਟ੍ਰੈਸ ਐਂਗਜ਼ਾਇਟੀ ਇਹ ਜਿਹੜੇ ਨੇ ਘਟਣ ਲੱਗ ਜਾਂਦੇ ਨੇ, ਤੁਹਾਡੀ ਇਮਿਊਨਿਟੀ ਜਿਹੜੀ ਬਹੁਤ ਸਟਰੋਂਗ ਹੋ ਜਾਂਦੀ ਹੈ, ਔਰ ਤੁਸੀਂ ਪੇਨ ਫ੍ਰੀ ਰਹਿਣ ਲੱਗ ਜਾਂਦੇ ਹੋ, ਤੁਹਾਡਾ ਮਾਈਂਡ ਪੇਨ ਫ੍ਰੀ ਰਹਿਣ ਲੱਗ ਜਾਂਦਾ, ਔਰ ਤੁਹਾਡੀ ਬਾਡੀ ਦੀਆਂ ਦਰਦਾਂ ਵੀ ਘਟਣ ਲੱਗ ਜਾਂਦੀਆਂ, ਜਿਹੜੀਆਂ ਕਿ ਤੁਹਾਨੂੰ ਪਤਾ ਹੀ ਨਹੀਂ ਹੁੰਦੀਆਂ ਕਿ ਤੁਸੀਂ ਇਹ ਤੁਹਾਡੇ ਕੋਲ ਇਹ ਕੁਆਲਿਟੀ ਚਾਹੀਦੀ ਸੀ, ਇਹ ਪਾਵਰ ਚਾਹੀਦੀ ਸੀ ਫੋਰਗਿਵਨੈਸ ਵਾਲੀ, ਜਿਹਦੇ ਨਾਲ ਤੁਹਾਡੀਆਂ ਬਾਡੀ ਐਂਡ ਮਾਈਂਡ ਦੀਆਂ ਪੇਨਸ ਜਿਹੜੀਆਂ ਉਹ ਘਟਣ ਔਰ ਖਤਮ ਹੋ ਜਾਣ। ਫਿਰ ਉਹ ਕਹਿੰਦੇ ਨੇ ਤੁਸੀਂ ਈਗੋਲੈਸ ਹੁੰਦੇ ਹੋ, ਕਿਉਂਕਿ ਮਾਫ ਐਵੇਂ ਥੋੜੀ ਕੀਤਾ ਜਾਂਦਾ। ਸੋ ਨਿਮਰਤਾ ਆਉਂਦੀ ਹੈ ਤੁਹਾਡੇ ਵਿੱਚ, ਤੁਹਾਡਾ ਔਰਾ ਕਲੀਨ ਅਤੇ ਕਲੀਅਰ ਹੁੰਦਾ। ਇਹ ਅੱਜ ਜਿਹੜਾ ਹੈ ਪੇਸ਼ੈਂਟਸ ਦੇ ਉੱਤੇ, ਲੋਕਾਂ ਦੇ ਉੱਤੇ ਕੰਮ ਕਰ ਕਰਕੇ ਉਹਨਾਂ ਨੇ ਸਾਨੂੰ ਰਿਜ਼ਲਟਸ ਦੇ ਦਿੱਤੇ ਨੇ। ਹੁਣ ਅਸੀਂ ਆ ਜਾਈਏ ਸਟੈਪਸ
ਕਿਹੜੇ ਸਟੈਪਸ ਅਸੀਂ ਲਈਏ ਜਿਹੜੇ ਉਹ ਸਿਖਾ ਰਹੇ ਨੇ ਵੀ ਜਿਹਦੇ ਨਾਲ ਤੁਸੀਂ ਜਿਹੜਾ ਹੀਲ ਹੋ ਜਾਓਗੇ, ਠੀਕ ਹੋ ਜਾਓਗੇ। ਉਹ ਕਹਿੰਦੇ ਨੇ ਵੀ ਤੁਸੀਂ ਕੀ ਕਰੋ, ਪਹਿਲਾਂ ਤਾਂ ਮੇਕ ਅ ਲਿਸਟ, ਨਾ ਉਹਨਾਂ ਲੋਕਾਂ ਦੀ ਲਿਸਟ ਬਣਾਓ ਜਿਨ੍ਹਾਂ ਨੇ ਤੁਹਾਨੂੰ ਤੰਗ ਕੀਤਾ, ਦੁੱਖ ਦਿੱਤਾ, ਧੋਖਾ, ਜੋ ਵੀ ਤੁਹਾਡੇ ਨਾਲ ਮਾੜਾ ਕੀਤਾ, ਤੁਸੀਂ ਉਹ ਲਿਸਟ ਬਣਾਓ। ਦੂਸਰਾ ਸਟੈਪ ਕੀ ਕਰੋ, ਐਕਸੈਪਟ ਕਰੋ ਕਿ ਤੁਸੀਂ ਦੁਖੀ ਹੋਏ ਸੀ। ਹਾਲੇ ਨਹੀਂ, ਇਹ ਨਹੀਂ ਕਹਿਣਾ ਵੀ ਅਸੀਂ ਦੁਖੀ ਨਹੀਂ ਆ, ਕਿ ਹਾਲੇ ਐਕਸੈਪਟ ਕਰੋ ਵੀ ਅਸੀਂ ਦੁਖੀ ਹੋਏ ਸੀ, ਬਾਰ-ਬਾਰ ਹੋਏ ਸੀ, ਇੱਕ ਵਾਰ ਹੋਏ ਜਾਂ 100 ਵਾਰ ਹੋਏ, ਜਿੰਨੀ ਵਾਰ ਅਸੀਂ ਜ਼ਿੰਦਗੀ ਵਿੱਚ ਦੁਖੀ ਹੋਏ, ਮੰਨ ਲਓ ਵੀ ਐਕਸੈਪਟ ਕਰੋ ਕਿ ਅਸੀਂ ਦੁਖੀ ਹੋਏ ਸੀ। ਹੁਣ ਤੀਸਰਾ ਸਟੈਪ ਜਿਹੜਾ ਉਹ ਕਹਿੰਦੇ ਕੀ ਕਰਨਾ, ਹੁਣ ਉਹਨੂੰ ਪਰਸਨ ਨੂੰ ਫੇਸ ਕਰੋ ਜਿਹਨੇ ਤੁਹਾਨੂੰ ਦੁੱਖ ਦਿੱਤਾ ਸੀ, ਔਰ ਉਹਨੂੰ ਬੋਲ ਕੇ ਦੱਸੋ। ਕਈ ਵਾਰ ਅਸੀਂ ਮਨ 'ਚ ਰੱਖਦੇ ਹਾਂ, ਸਾਹਮਣੇ ਵਾਲੇ ਨੂੰ ਅਸੀਂ ਦੱਸ ਨਹੀਂ ਪਾਉਂਦੇ ਵੀ ਤੇਰੇ ਇਸ ਬਿਹੇਵੀਅਰ ਦੇ ਨਾਲ ਮੈਂ ਜਿਹੜਾ ਇੰਨਾ ਦੁਖੀ ਹੋ ਰਿਹਾ, ਇੰਨੀ ਮੈਨੂੰ ਪੇਨ ਫੀਲ ਹੋ ਰਹੀ ਹੈ। ਕਹਿੰਦੇ ਬੋਲ ਕੇ ਦੱਸੋ। ਮੰਨ ਲਓ ਇਹੋ ਜਿਹੀ ਸਿਚੁਏਸ਼ਨ ਆ, ਤੁਸੀਂ ਨਹੀਂ ਦੱਸ ਸਕਦੇ, ਕੋਈ ਤੁਹਾਡੇ ਤੋਂ ਸੀਨੀਅਰ ਆ, ਜਾਂ ਆਫਿਸ ਦੇ ਵਿੱਚ ਤੁਸੀਂ ਉਹਨੂੰ ਸੀਨੀਅਰ ਨੂੰ ਨਹੀਂ ਕਹਿ ਸਕਦੇ, ਹਨਾ, ਉੱਥੇ ਫਿਰ ਤੁਸੀਂ ਕੀ ਕਰੋ। ਫਿਰ ਉਹ ਅਗਲਾ ਉਹਨਾਂ ਨੇ ਸਟੈਪ ਦੱਸਿਆ, ਉਹਦੇ ਵਿੱਚ ਤੁਸੀਂ ਕੀ ਕਰਨਾ, ਅਗਰ ਉਹ ਤੁਹਾਨੂੰ ਫਿਰ ਬਾਹਰ ਤੰਗ ਕਰ ਰਿਹਾ, ਸੀਨੀਅਰ ਆ ਕੇ ਤੰਗ ਕਰ ਰਿਹਾ, ਉਹਦਾ ਬੋਲਣ ਦਾ ਬਿਹੇਵੀਅਰ ਉਸੇ ਤਰ੍ਹਾਂ ਦਾ ਆ, ਤੁਸੀਂ ਕਹਿ ਹੀ ਨਹੀਂ ਸਕਦੇ, ਬੋਲ ਨਹੀਂ ਸਕਦੇ, ਫਿਰ ਕੀ ਕਰੋ ਤਾਂ ਕਿ ਤੁਹਾਡੇ ਮਨ ਦੇ ਉੱਤੋਂ ਉਹ ਦੁੱਖਾਂ ਵਾਲਾ ਇੰਪ੍ਰੈਸ਼ਨ, ਨੈਗੇਟਿਵ ਇੰਪ੍ਰੈਸ਼ਨ ਨਾਲ ਨਾ ਮਤਲਬ ਰੋਜ਼ ਦੀ ਰੋਜ਼ ਨਾ ਪਵੇ। ਜਦੋਂ ਉਹ ਬੋਲ ਰਿਹਾ, ਤੁਹਾਨੂੰ ਗੰਦਾ ਬੋਲ ਰਿਹਾ, ਉਹਦਾ ਬਿਹੇਵੀਅਰ ਨਹੀਂ ਅੱਛਾ ਲੱਗ ਰਿਹਾ, ਨਹੀਂ ਵੀ ਬੋਲ ਰਿਹਾ, ਬਿਹੇਵੀਅਰ ਤੁਹਾਡੇ ਨਾਲ ਅੱਛਾ ਨਹੀਂ ਕਰ ਰਿਹਾ, ਜਾਂ ਤੁਹਾਨੂੰ ਯਾਦ ਵੀ ਆ ਗਈ ਉਸ ਗੱਲ ਦੀ ਵੀ ਇਸ ਤਰ੍ਹਾਂ ਮੇਰੇ ਨਾਲ ਕਰ ਰਿਹਾ, ਫਿਰ ਉਹ ਕਹਿੰਦੇ ਕੀ ਕਰੋ, ਇੱਕਦਮ ਆਪਣੀਆਂ ਜਿਹੜੀਆਂ ਮੁੱਠੀਆਂ ਘੁੱਟ ਲਓ। ਜੇ ਉਹ ਸਾਹਮਣੇ ਆ ਤਾਂ ਮੁੱਠੀਆਂ ਪਿੱਛੇ ਕਰਕੇ ਘੁੱਟ ਲਓ, ਕੱਛਾਂ 'ਚ ਦੇ ਕੇ ਘੁੱਟ ਲਓ, ਤਾਂ ਉਹ ਸਾਰੇ ਤੁਹਾਡੇ ਜਿਹੜੇ ਮਸਲਸ ਜਦੋਂ ਟਾਈਟ ਹੁੰਦੇ ਨੇ ਨਾ, ਤਾਂ ਉਹ ਤੁਹਾਡੀ ਮੁੱਠੀ ਦੇ ਵਿੱਚ ਉਹ ਜਿਹੜੀ ਉਹ ਨੈਗੇਟਿਵਿਟੀ, ਉਹ ਨੈਗੇਟਿਵ ਇੰਪ੍ਰੈਸ਼ਨ ਜਿਹੜਾ ਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਹੌਲੀ ਹੌਲੀ ਮੁੱਠੀਆਂ ਰਿਲੀਜ਼ ਕਰ ਦਿਓ, ਔਰ ਨਾਲ ਕਿਉਂ ਵੀ ਇਹ ਚਲਾ ਗਿਆ, ਪਹਿਲਾ ਵੀ ਦੁੱਖ ਅੰਦਰੋਂ ਚਲਾ ਗਿਆ, ਆ ਵੀ ਚਲਾ ਗਿਆ। ਸੋ ਇਹ ਇੱਕ ਸੌਖਾ ਮੈਥਡ ਆ, ਇਹਦੇ ਲਈ ਕੁਝ ਵੀ ਨਹੀਂ ਸਾਨੂੰ ਕਰਨ ਦੀ ਜ਼ਰੂਰਤ, ਉੱਥੇ ਕਿ ਜਿੱਥੇ ਸਾਡਾ ਚਾਰਾ ਨਹੀਂ ਚੱਲ ਰਿਹਾ। ਪਰ ਉਹ ਕਹਿੰਦੇ ਬੈਟਰ ਆ ਕਿ ਤੁਸੀਂ ਅਗਰ ਦੱਸਦੇ ਹੋ ਪ੍ਰੇਮ ਦੇ ਨਾਲ, ਜਿਹੜਾ ਤੁਹਾਡੀ ਸੁਣ ਸਕਦਾ ਹੈ, ਜ਼ਰੂਰ ਦੱਸੋ। ਹੋਰ ਇਹਦੇ ਵਿੱਚ ਤੁਸੀਂ ਕੀ ਕਰੋ, ਇਸ ਪ੍ਰੋਸੈਸ ਨੂੰ ਨਾ ਉਹ ਕੈਥਾਰਸਿਸ ਪ੍ਰੋਸੈਸ ਕਹਿੰਦੇ ਨੇ। ਉਹਦੇ ਵਿੱਚ ਉਹ ਕਹਿੰਦੇ ਫਿਰ ਤੁਸੀਂ ਹੋਰ ਕੀ ਕਰੋ ਵੀ ਤੁਹਾਡੇ ਕੋਲ ਮੁੱਠੀਆਂ ਬੰਦ ਕਰਕੇ ਵੀ ਨਹੀਂ ਹੋ ਰਿਹਾ, ਮਤਲਬ ਤੁਸੀਂ ਕੀਤਾ ਲੇਕਿਨ ਤੁਹਾਡੇ ਕੋਲ ਨਹੀਂ ਹੋ ਰਿਹਾ, ਇੰਨਾ ਜ਼ਿਆਦਾ ਤੁਹਾਡੇ ਅੰਦਰ ਉਹ ਜ਼ਹਿਰ ਭਰੀ ਹੋਈ ਉਸ ਗੱਲ ਦੀ ਵੀ ਉਹਨੇ ਐਂ ਮੇਰੇ ਨਾਲ ਕਰ ਲਿਆ ਜਾਂ ਕੀਤਾ, ਫਿਰ ਕੀ ਕਰੋ, ਜਿਵੇਂ ਉਹ ਨੇਤਾ ਮੰਤਰੀਆਂ ਦੀ ਨਹੀਂ ਕਰਦੇ ਹੁੰਦੇ, ਉਹ ਕੀ ਕਰਦੇ ਨੇ ਫਿਰ, ਜਿਹੜੇ ਪ੍ਰੋਟੈਸਟ ਕਰਦੇ ਨੇ ਉਹਨਾਂ ਦੇ ਮਤਲਬ ਮੂੰਹ ਵੀ ਕਾਲੇ ਕਰ ਦਿੰਦੇ ਨੇ, ਜੁੱਤੀਆਂ ਦੇ ਹਾਰ ਵੀ ਪਾਉਂਦੇ ਨੇ, ਉਹਨਾਂ ਦੇ ਜਿਹੜੇ ਉਹ ਪਿਕਚਰਸ ਹੁੰਦੇ ਉਹਨਾਂ ਨੂੰ ਸਾੜ ਵੀ ਦਿੰਦੇ ਨੇ। ਉਹ ਕਹਿੰਦੇ ਫਿਰ ਤੁਸੀਂ ਵੀ ਐਵੇਂ ਕਰੋ, ਫਿਰ ਉਹਦੀ ਪਿਕਚਰ ਲਾਓ, ਫੋਟੋ ਲਾਓ ਉਸ ਬੰਦੇ ਦੀ ਜਿਹਨੇ ਵੀ ਤੁਹਾਨੂੰ ਤੰਗ ਕੀਤਾ ਜਾਂ ਕਰ ਰਿਹਾ ਆ, ਫਿਰ ਉਹਨੂੰ ਸਾਹਮਣੇ ਰੱਖੋ ਆਪਣੇ, ਉਹਨੂੰ ਜਲਾ ਦਿਓ, ਉਹਨੂੰ ਪਾੜ ਦਿਓ, ਉਹਨੂੰ ਈਵਨ ਇੱਥੋਂ ਤੱਕ ਉਹ ਕਹਿੰਦੇ ਇੰਨਾ ਅਗਰ ਤੁਸੀਂ ਇਸ ਪੇਨ ਵਿੱਚ ਹੋ, ਫਿਰ ਤੁਸੀਂ ਜੁੱਤੀਆਂ ਮਾਰੋ ਉਹਦੀ ਫੋਟੋ ਦੇ ਉੱਤੇ, ਨਹੀਂ ਇੱਥੇ ਵੀ ਨਹੀਂ ਸਰਦਾ, ਸੋਟੀ ਲੈ ਲੈ ਕੇ ਮਾਰੋ, ਇੱਥੇ ਵੀ ਨਹੀਂ ਸਰਦਾ, ਚਾਕੂ ਲੈ ਲੈ ਕੇ ਮਾਰੋ, ਮਤਲਬ ਕਿ ਆਪਣੇ ਅੰਦਰੋਂ ਕੱਢ ਦਿਓ ਵੀ ਤੁਸੀਂ ਜੋ ਨਾ ਕਰਨਾ ਚਾਹੁੰਦੇ ਸੀ ਤੁਸੀਂ ਕਰ ਲਿਆ। ਪਿੱਲੋ ਲੈ ਲਓ, ਉਹਨੂੰ ਕੁੱਟਣਾ ਸ਼ੁਰੂ ਕਰ ਦਿਓ, ਤੁਸੀਂ ਅਗਰ ਉਹਨੂੰ ਕੁੱਟਣਾ ਚਾਹੁੰਦੇ ਸੀ ਨਾ ਤਾਂ ਤੁਸੀਂ ਸਰਾਣਾ ਲੈ ਕੇ ਉਹਨੂੰ ਕੁੱਟੋ। ਇਹਦੇ ਨਾਲ ਇਹਨਾਂ ਨੇ ਸਟੂਡੈਂਟਸ ਨੂੰ ਬਹੁਤ ਕਰਵਾਇਆ ਯੂਨੀਵਰਸਿਟੀਜ਼ ਦੇ ਵਿੱਚ, ਜਿਹੜੇ ਦੋ ਦੋ ਗਰੁੱਪ ਸੀਗੇ ਇੱਕ ਦੂਸਰੇ ਦੇ ਨਾਲ, ਕਿੰਨਾ ਕਰਦੇ ਆ ਨਾ ਬੱਚੇ, ਪਤਾ ਨਹੀਂ ਸਮਝ ਨਹੀਂ ਹੁੰਦੀ ਜਵਾਨੀ ਦੀ ਉਮਰ ਦੇ ਵਿੱਚ, ਉਹ ਸਟੂਡੈਂਟਸ ਨੂੰ ਜਦੋਂ ਇਉਂ ਕਰਾਉਣਾ ਸ਼ੁਰੂ ਹੋਇਆ, ਉਹ ਫਰੈਂਡਲੀ ਹੋ ਗਏ ਆਪਸ ਦੇ ਵਿੱਚ, ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਕਿਹੜੇ ਵੇਲੇ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਰਿਜ਼ੈਂਟਮੈਂਟ ਸੀ, ਬਦਲਾ ਲੈਣ ਦੀ ਭਾਵਨਾ ਸੀ, ਉਹ ਇਹ ਨਹੀਂ ਕਿ ਇੱਕ ਦਿਨ 'ਚ ਹੋ ਗਿਆ, ਉਹ ਗਾਇਬ ਹੋਣੀ ਸ਼ੁਰੂ ਹੋ ਗਈ, ਔਰ ਬਹੁਤ ਅੱਛੀ ਉਹ ਫਰੈਂਡਲੀ ਹੋ ਗਏ। ਸੋ ਇਹ ਕਿੱਡੇ ਵੱਡੇ ਗੁਣ ਨੇ ਜਿਹੜਾ ਉਹਨਾਂ ਨੇ ਰਿਸਰਚਸ ਕਰ ਕਰਕੇ ਸਾਨੂੰ ਸਿਖਾ ਰਹੇ ਨੇ, ਇਉਂ ਕਰੋ ਇਉਂ ਕਰੋ। ਹੋਰ ਉਹਨਾਂ ਨੇ ਕਿਹਾ ਵੀ ਇਵੇਂ ਵੀ ਨਹੀਂ ਤੁਸੀਂ ਕਰ ਸਕਦੇ, ਹੋਰ ਤੁਸੀਂ ਕੀ ਕਰੋ, ਲਿਖੋ, ਤੁਸੀਂ ਉਹ ਇਮੋਸ਼ਨਸ ਨੂੰ ਲਿਖੋ, ਉਹਨੇ ਮੇਰੇ ਨਾਲ ਇਉਂ ਕੀਤਾ, ਮੈਂ ਉਹ ਦੁਖੀ ਹੋਇਆ, ਮੇਰਾ ਦਿਲ ਕਰਦਾ ਮੈਂ ਉਹਦੇ ਨਾਲ ਇਉਂ ਕਰਾਂ, ਉਹਦੇ ਨਾਲ ਵੀ ਇਉਂ ਹੋਵੇ, ਹਾਲੇ ਨਾ ਕੋ ਨਾ ਹੋਵੇ, ਹਾਲੇ ਤੁਸੀਂ ਤੁਹਾਡੇ ਮਨ 'ਚ ਕਿਉਂਕਿ ਉਹ ਪਾਇਆ ਹੋਇਆ, ਤੁਸੀਂ ਉਹ ਜੋ ਲਿਖਣਾ ਲਿਖ ਦੋ ਉਹਦੇ ਵਿੱਚ, ਫਿਰ ਉਹਨੂੰ ਪੜ੍ਹੋ, ਐਟਲੀਸਟ ਕਾਫੀ ਦਿਨ ਲਗਾਤਾਰ ਕਰੋ, ਔਰ ਉਸ ਤੋਂ ਬਾਅਦ ਪੜ੍ਹ ਕੇ ਫਿਰ ਤੁਸੀਂ ਕਹੋ ਵੀ ਇਹ ਸਾਰਾ ਹੋ ਗਿਆ ਜੋ ਮੈਂ ਉਹਨਾਂ ਨਾਲ ਕਰਨਾ ਚਾਹੁੰਦਾ ਸੀ। ਉਹ ਫਿਰ ਤੁਸੀਂ ਹਲਕੇ ਹੋ ਜਾਓਗੇ, ਤੁਸੀਂ ਲਾਈਟ ਹੋ ਜਾਓਗੇ, ਉਹਨੂੰ ਕੁਝ ਨਹੀਂ ਹੋਇਆ ਤੁਹਾਡੇ ਥਰੂ, ਪਰ ਤੁਸੀਂ ਹਲਕੇ ਹੋ ਗਏ, ਲਾਈਟ ਹੋ ਗਏ।
ਇਹ ਉਸ ਸੀਮਾ ਦੀ ਗੱਲ ਹੈ ਜਦੋਂ ਬੰਦਾ ਬਦਲਾ ਲੈਣ ਦੀ ਭਾਵਨਾ, ਦੁਸ਼ਮਣੀ ਦੀ ਭਾਵਨਾ ਉਹਨਾਂ ਨੂੰ ਇਵੇਂ ਕਰਨਾ ਸਿਖਾਇਆ। ਸੋ ਗੁਰਬਾਣੀ ਵਿੱਚ ਇਵੇਂ ਨਹੀਂ ਸਿਖਾਉਂਦੇ, ਕਿਉਂਕਿ ਗੁਰਬਾਣੀ ਜਿਹੜੀ ਆ ਸਾਨੂੰ ਬਹੁਤ ਰੂਹਾਨੀਆਂ ਦੀਆਂ ਉਚਾਈਆਂ ਤੇ ਲੈ ਜਾਂਦੀ। ਗੁਰਬਾਣੀ ਤਾਂ ਸਿੱਧਾ ਹੀ ਮਾਫ ਕਰਨਾ ਸਿਖਾਉਂਦੀ, ਕਿਉਂਕਿ ਗੁਰਬਾਣੀ ਕਹਿੰਦੀ ਆ ਭੁੱਲਣ ਅੰਦਰ ਸਭ ਕੋ, ਉਹ ਭੁੱਲ ਗੁਰੂ ਕਰਤਾਰ। ਇਹ ਭੁੱਲਾਂ ਕਿਹਦੇ ਕੋਲੋਂ ਨਹੀਂ ਹੋ ਸਕਦੀਆਂ? ਇੱਕ ਗੁਰੂ, ਇੱਕ ਪਰਮਾਤਮਾ ਕੋਲੋਂ ਨਹੀਂ ਹੋ ਸਕਦੀਆਂ, ਬਾਕੀ ਸਾਰਿਆਂ ਕੋਲੋਂ ਹੋ ਸਕਦੀਆਂ। ਅਗਰ ਸਾਡੇ ਕੋਲੋਂ ਗਲਤੀਆਂ ਹੁੰਦੀਆਂ ਨੇ, ਸਾਡੇ ਕੋਲ ਵੀ ਹੁੰਦੀਆਂ ਨੇ ਨਾ, ਬਚਪਨ ਤੋਂ ਲੈ ਕੇ ਅੱਜ ਤੱਕ ਅਸੀਂ ਕਿੰਨੀਆਂ ਕੀਤੀਆਂ, ਕਿੰਨੀ ਵਾਰ ਝੂਠ ਬੋਲੇ ਹੋਵਾਂਗੇ, ਚੀਟਿੰਗ ਕੀਤੀ ਹੋਵੇਗੀ, ਦਿਲ ਦੁਖਾਇਆ ਹੋਵੇਗਾ, ਕਿਸੇ ਦੀ ਚੁਗਲੀ ਨਿੰਦਿਆ ਬੁਰਾਈ ਕੀਤੀ ਹੋਵੇਗੀ, ਪਤਾ ਨਹੀਂ ਕੀ ਕੁਛ ਕੀਤਾ, ਸਭ ਨੂੰ ਆਪਣਾ ਆਪਣਾ ਪਤਾ ਹੈ। ਸੋ ਕਿੰਨਾ ਕੁਛ ਅਸੀਂ ਕੀਤਾ। ਅਗਰ ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਗਲਤੀਆਂ ਦੀ ਸਾਨੂੰ ਮਾਫੀ ਮਿਲ ਜਾਵੇ, ਫਿਰ ਕਿਉਂ ਨਹੀਂ ਅਸੀਂ ਦੂਸਰੇ ਨੂੰ ਮਾਫ ਕਰਾਂਗੇ? ਗੁਰਬਾਣੀ ਸਾਨੂੰ ਇਵੇਂ ਸਿਖਾਉਂਦੀ ਹੈ। ਪਰ ਇਹ ਸਾਨੂੰ ਇਹ ਸਿਖਾਉਂਦੇ ਨੇ ਕਿਉਂਕਿ ਬੰਦਾ ਛੇਤੀ ਮਾਫ ਨਹੀਂ ਕਰ ਸਕਦਾ। ਜਿਹੜੇ ਮੈਡੀਟੇਸ਼ਨ ਨਹੀਂ ਕਰ ਰਹੇ ਹੁੰਦੇ, ਉਹ ਫਿਰ ਇਸ ਤਰੀਕਿਆਂ ਦੇ ਨਾਲ ਚੱਲੋ। ਅਸੀਂ ਵੀ ਇਹ ਤਰੀਕੇ ਅਪਣਾ ਸਕਦੇ ਹਾਂ ਤਾਂ ਕਿ ਅਸੀਂ ਛੇਤੀ ਤੋਂ ਛੇਤੀ ਹਲਕੇ ਹੋ ਜਾਈਏ। ਹੋਰ ਜਿਹੜਾ ਉਹ ਇੱਕ ਹੋਰ ਹੈਗਾ ਆ ਮਿਸਟਿਕ ਮੈਡੀਟੇਸ਼ਨ। ਇਹਦੇ ਵਿੱਚ ਕੀ ਕਰਵਾਇਆ ਜਾਂਦਾ? ਗਰੁੱਪ ਇਕੱਠਾ ਕਰ ਲਿਆ ਜਾਂਦਾ, ਜਿਹੜੇ ਚਾਹੁੰਦੇ ਨੇ ਇਸ ਪ੍ਰੋਸੈਸ ਦੇ ਵਿੱਚ ਜਾਣਾ। ਇਹ ਮੈਡੀਟੇਸ਼ਨ ਦਾ ਇੱਕ ਪ੍ਰੋਸੈਸ ਆ। 3 ਦਿਨ ਉਹਨਾਂ ਨੂੰ ਲਗਾਤਾਰ ਰਵਾਇਆ ਜਾਂਦਾ ਹੈ, ਗੱਲਾਂ ਇੱਕ ਤੋਂ ਇੱਕ ਉਦਾਂ ਦੀਆਂ ਕਰੀ ਜਾਣੀਆਂ, ਜਿੰਨਾ ਰੋਣਾ ਆਈ ਜਾਵੇ, ਰੋਣਾ ਆਈ ਜਾਵੇ, ਰੋਣਾ ਆਈ ਜਾਵੇ। 3 ਦਿਨ ਲਗਾਤਾਰ, ਹੋਰ ਕੁਛ ਨਹੀਂ ਕਰਾਉਣਾ, ਬਸ ਰੋਈ ਜਾਣਾ। ਔਰ ਅਗਲੇ 3 ਦਿਨ ਹਸਾਈ ਜਾਣਾ, ਹਸਾਈ ਜਾਣਾ, ਹਸਾਈ ਜਾਣਾ। ਉਸ ਤੋਂ ਬਾਅਦ ਇੰਨਾ ਲਾਈਟ ਫੀਲ ਹੋਏ, ਉਹਨਾਂ ਦੀਆਂ ਬਿਮਾਰੀਆਂ ਠੀਕ ਹੋ ਗਈਆਂ, ਉਹਨਾਂ ਦਾ ਜ਼ਿੰਦਗੀ ਜਿਉਣ ਦੀ ਇੱਕ ਕੁਆਲਿਟੀ ਵਿੱਚ ਇੰਨਾ ਜ਼ਿਆਦਾ ਸੁਧਾਰ ਆ ਗਿਆ। ਸੋ ਇਹ ਵੀ ਬਹੁਤ ਜ਼ਰੂਰੀ ਹੁੰਦਾ, ਮਤਲਬ ਜ਼ਰੂਰੀ ਹੁੰਦਾ, ਮਤਲਬ ਜਿਹੜੇ ਅੰਦਰ ਇਮੋਸ਼ਨਸ ਪਏ ਨੇ ਉਹਨਾਂ ਨੂੰ ਕੱਢ ਲੈਣਾ ਚਾਹੀਦਾ ਹੈ। ਇਸੇ ਕਰਕੇ ਸਾਡੀ ਸੁਸਾਇਟੀ, ਸਮਾਜ ਬਣਿਆ ਹੋਇਆ ਕਿ ਆਪਣੇ ਇਮੋਸ਼ਨਸ ਅਸੀਂ ਜਿਹੜੇ ਕੱਢ ਦਈਏ। ਕਈ ਵਾਰ ਤੁਸੀਂ ਦੇਖਿਆ ਹੋਵੇਗਾ ਸਿਮਰਨ ਸਾਧਨਾ ਜਦੋਂ ਬੰਦਗੀ ਰੂਹਾਂ ਕਰਦੀਆਂ ਹੁੰਦੀਆਂ ਨੇ, ਔਰ ਕੋਈ ਉੱਚੀ ਉੱਚੀ ਰੋਣ ਲੱਗ ਜਾਂਦੇ ਨੇ, ਚੀਕਣ ਲੱਗ ਜਾਂਦੇ ਨੇ, ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਦੇਖਣ ਵਾਲਾ ਕਹਿੰਦਾ ਡਰਾਮੇ ਕਰਦੇ, ਦਿਖਾਵੇਬਾਜ਼ੀ ਕਰਦੇ। ਇਸ ਤਰ੍ਹਾਂ ਨਹੀਂ ਹੁੰਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਉਦੋਂ ਇੱਕ ਹੀਲਿੰਗ ਪ੍ਰੋਸੈਸ ਵਿੱਚ ਜਾ ਰਹੇ ਹੁੰਦੇ ਨੇ, ਅੰਦਰੋਂ ਉਹਨਾਂ ਦੇ ਇਮੋਸ਼ਨਸ ਜਿਹੜੇ ਨੇ ਉਹ ਰਿਲੀਜ਼ ਹੋ ਰਹੇ ਹੁੰਦੇ। ਸੋ ਅਗਰ ਇਦਾਂ ਹੁੰਦਾ ਹੈ ਤਾਂ ਉਹ ਚੰਗੇ ਲਈ ਹੋ ਰਿਹਾ ਹੁੰਦਾ ਹੈ। ਹੁਣ NLP ਇਹ ਵੀ ਇੱਕ ਪ੍ਰੋਗਰਾਮ ਦੇ ਵਿੱਚ ਲੈ ਕੇ ਜਾਂਦੇ ਨੇ। ਇਹ ਕਹਿੰਦੇ ਨੇ ਬਹੁਤ ਅੱਛੀ, ਮੈਨੂੰ ਇਹਨਾਂ ਦੀ ਅੱਛੀ ਲੱਗਿਆ ਜਿਹੜੀ ਵਿਚਾਰਧਾਰਾ। ਇਹਨਾਂ ਨੇ ਕਿਹਾ ਕਿ ਬੰਦਾ, ਪਰਸਨ ਤੇ ਉਹਦਾ ਬਿਹੇਵੀਅਰ, ਇਹਨਾਂ ਨੂੰ ਅਲੱਗ-ਅਲੱਗ ਦ੍ਰਿਸ਼ਟੀ 'ਚ ਦੇਖੋ। ਅਗਰ ਉਹ ਕੋਈ ਗਲਤੀ ਕਰਦਾ, ਤੁਹਾਡੇ ਨਾਲ ਕਰ ਰਿਹਾ, ਤੁਹਾਨੂੰ ਤੰਗ ਕਰ ਰਿਹਾ, ਦੁਖੀ ਕਰ ਰਿਹਾ, ਤੁਸੀਂ ਉਹਨੂੰ ਸਾਰਾ ਹੀ ਮਾੜਾ ਕਰਕੇ ਰੱਖ ਦਿੰਦੇ ਹੋ। ਇਸ ਤਰ੍ਹਾਂ ਨਹੀਂ, ਕਈਆਂ ਲਈ ਅੱਛਾ ਵੀ ਹੋਵੇਗਾ, ਕਈ ਉਹਨੂੰ ਲਾਈਕ ਵੀ ਕਰਦੇ ਹੋਣਗੇ, ਕਈਆਂ ਦੀ ਹੈਲਪ ਵੀ ਕਰਦਾ ਹੋਵੇਗਾ, ਉਹਦੇ ਵਿੱਚ ਹੋਰ ਗੁਣ ਵੀ ਹੋਣਗੇ। ਇਵੇਂ ਹੀ ਤੁਹਾਡੀਆਂ ਵੀ ਕਈ ਗੱਲਾਂ ਕਈਆਂ ਨੂੰ ਨਹੀਂ ਪਸੰਦ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬੁਰੇ ਹੋ। ਤੁਹਾਡਾ ਉਹ ਬਿਹੇਵੀਅਰ ਬੁਰਾ ਹੋ ਸਕਦਾ, ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਤੁਸੀਂ ਬੁਰੇ ਹੋ। ਤਾਂ ਇਸ ਦਾ ਮਤਲਬ ਇਹ ਵੀ ਨਹੀਂ ਕਿ ਉਹ ਸਾਰਾ ਹੀ ਬੁਰਾ ਹੈ। ਕਹਿੰਦੇ ਇਸ ਦ੍ਰਿਸ਼ਟੀ ਨਾਲ ਦੇਖੋਗੇ ਤਦ ਵੀ ਤੁਸੀਂ ਫਿਰ ਉਹ ਬੰਦੇ ਨੂੰ ਮਾੜਾ ਕਹਿਣਾ ਛੱਡ ਦੋਗੇ। ਜਿੰਨੀ ਵਾਰ ਤੁਸੀਂ ਉਹਨੂੰ ਮਾੜਾ ਕਹਿੰਦੇ, ਉਹਨੂੰ ਦੇਖਦੇ ਆ, ਉਹਦੇ ਬਾਰੇ ਸੋਚਦੇ ਆ, ਤੁਹਾਡੇ ਅੰਦਰ ਮਾੜੀ ਸੋਚ ਹੀ ਪੈਦਾ ਹੋਵੇਗੀ। ਹੁਣ ਉਲਟਾ ਕੀ ਕਰੋ, ਜਿਹੜੇ ਲੋਕਾਂ ਨੂੰ ਉਹ ਚੰਗਾ ਲੱਗਦਾ, ਕਿਹਨਾਂ ਗੁਣਾ ਕਰਕੇ ਚੰਗਾ ਲੱਗਦਾ, ਉਹਦੇ ਉਹ ਗੁਣ ਦੇਖਣੇ ਸ਼ੁਰੂ ਕਰ ਦਿਓ, ਤੁਹਾਨੂੰ ਵੀ ਉਹ ਚੰਗਾ ਲੱਗਣ ਲੱਗ ਜਾਵੇਗਾ। ਫਿਰ ਕਿਤੇ ਨਾ ਕਿਤੇ ਤੁਹਾਨੂੰ ਆਪਣੀਆਂ ਚੰਗਿਆਈਆਂ ਵੀ ਨਜ਼ਰ ਆਉਣਗੀਆਂ ਔਰ ਆਪਣੀਆਂ ਗਲਤੀਆਂ ਵੀ ਨਜ਼ਰ ਆਉਣਗੀਆਂ। ਇਹ ਵੀ ਸੈਲਫ ਰਿਅਲਾਈਜੇਸ਼ਨ ਤੱਕ ਲੈ ਕੇ ਜਾਂਦਾ ਇਹ ਪ੍ਰੋਸੈਸ। ਇੱਕ ਹੋਰ ਵੀ ਇਹਨਾਂ ਨੇ ਕਰਵਾਉਂਦੇ ਨੇ, ਉਹ ਕੀ ਕਰਦੇ ਨੇ, ਜਿਬਰਿਸ਼। ਉਹਦੇ ਵਿੱਚ ਕੀ ਕਹਿੰਦੇ ਨੇ, ਬਸ ਅਨਾਬ ਸ਼ਨਾਬ ਬੋਲੀ ਜਾਓ, ਗਾਲਾਂ ਨਹੀਂ ਕੱਢਣੀਆਂ। ਜਿਸ ਤੁਕ ਦਾ, ਲਾਈਨ ਦਾ ਕੋਈ ਮਤਲਬ ਹੀ ਨਹੀਂ ਬਣਦਾ, ਜਿਸ ਸੈਂਟੈਂਸ ਦਾ, ਉਹ ਬੋਲੀ ਜਾਓ। ਇਹ ਵੀ ਰਚਨ ਕਿਰਿਆ ਜਿਬਰਿਸ਼ ਦੇ ਵਿੱਚ ਕਰਾਣੀ। ਸੋ ਨਾਲ ਵਾਲਾ ਕੋਈ ਡਿਸਟਰਬ ਨਾ ਹੋਵੇ ਤਾਂ ਗਰੁੱਪ ਦੇ ਵਿੱਚ ਕਰਵਾਉਂਦੇ ਸਨ, ਕੀ ਕਰਦੇ ਸੀ, ਮੂੰਹ ਤੇ ਬਾਲਟੀਆਂ ਪਾ ਦੇਣੀਆਂ, ਕੁਛ ਵੀ ਇਦਾਂ ਦਾ ਪਾ ਦੇਣਾ, ਬੋਲੀ ਜਾਓ ਜੋ ਤੁਹਾਡਾ ਮਨ ਕਰਦਾ। ਉਹਦੇ ਵਿੱਚ ਵੀ ਤੁਸੀਂ ਰਿਲੀਜ਼ ਕਰਦੇ ਹੋ, ਹਲਕੇ ਹੁੰਦੇ ਹੋ। ਸੋ ਬੜੇ ਬੜੇ ਤਰੀਕੇ ਇਹਨਾਂ ਨੇ ਕੱਢੇ ਨੇ। ਸੋ ਹੁਣ ਇਹ ਫਿਰ ਯੂਨੀਵਰਸਿਟੀਜ਼ ਵਾਲੇ ਕਹਿੰਦੇ ਨੇ ਤੁਸੀਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਜਾਓ, ਪਰ ਸਭ ਤੋਂ ਪਹਿਲਾਂ ਕੀ ਕਰੋ, ਸਭ ਤੋਂ ਪਹਿਲਾਂ ਪ੍ਰੋਮਿਸ ਕਰੋ ਆਪਣੇ ਆਪ ਦੇ ਨਾਲ, ਮੈਂ ਇਹ ਸਾਰਾ ਕੁਝ ਹੀ ਕਰਨਾ ਜਿਹਦੇ ਨਾਲ ਮੈਂ ਜਿਹੜਾ ਮਾਫ ਕਰ ਸਕਾਂ ਔਰ ਮੈਨੂੰ ਮਾਫੀ ਮੰਗਣੀ ਆ ਜਾਵੇ। ਆ ਜਿੰਨੇ ਉਹਨਾਂ ਨੇ ਸਟੈਪਸ ਕਹੇ ਨੇ, ਇਹ ਤੁਸੀਂ ਕਰੋ। ਉਹ ਕਹਿੰਦੇ ਨੇ ਇਹਦੇ ਵਿੱਚੋਂ ਜਿਹੜਾ ਵੀ ਤੁਹਾਡੇ ਤੇ ਕੰਮ ਕਰ ਰਿਹਾ ਨਾ, ਤੁਸੀਂ ਇਹਨੂੰ ਆਪਣੇ ਆਪ ਤੇ ਕਰ ਕਰਕੇ ਦੇਖੀ ਜਾਓ ਔਰ ਪ੍ਰੋਮਿਸ ਕਰੋ ਕਿ ਮੈਂ ਹਮੇਸ਼ਾ ਖੁਸ਼ ਰਹਿਣਾ ਆ, ਆਪਣੇ ਆਪ ਨੂੰ ਹੀਲ ਕਰਨਾ ਆ
ਔਰ ਉਹਦੇ ਲਈ ਇਹ ਸਾਰਾ ਕੁਝ ਮੇਰੇ ਲਈ ਬਹੁਤ ਬਹੁਤ ਜ਼ਰੂਰੀ ਹੈ। ਤੋ ਸੰਗਤ ਜੀ, ਤੁਸੀਂ ਤਿਆਰ ਹੋ ਜੀ ਮਾਫ ਕਰਨ ਦੇ ਲਈ? ਐਵੇਂ ਸਿਰ ਹਿਲਾ ਦਿਓ ਫਿਰ। ਸੋ ਮਾਫੀ ਮੰਗਣੀ ਵੀ ਜ਼ਰੂਰੀ ਹੈ, ਕਿਉਂਕਿ ਜਦੋਂ ਫੋਰਗਿਵਨੈਸ ਦੀ ਗੱਲ ਆਉਂਦੀ ਨਾ, ਸਾਡਾ ਧਿਆਨ ਜਾਂਦਾ ਵੀ ਅਸੀਂ ਕਿਹਨੂੰ ਕਿਹਨੂੰ ਮਾਫ ਕਰਨਾ, ਇਹ ਧਿਆਨ ਨਹੀਂ ਜਾਂਦਾ ਵੀ ਅਸੀਂ ਕਿਹਦੇ ਕੋਲੋਂ ਮਾਫੀ ਮੰਗਣੀ ਹੈ। ਇਹਦੇ ਵਿੱਚ ਦੇਖ ਲਓ ਗੁਰਬਾਣੀ ਵਿੱਚ ਸਾਨੂੰ ਕਿੰਨਾ ਸਮਝਾਇਆ, ਲਿਖੇ ਕਤੇ ਨਾ ਛੁਟੀ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਪਾਰ। ਮਹਾਰਾਜ ਜੀ ਅਸੀਂ ਤਾਂ ਖਿਨ ਖਿਨ ਗਲਤੀਆਂ ਭੁੱਲਾਂ ਕਰਦੇ ਹਾਂ, ਸਾਨੂੰ ਬਖਸ਼ ਲਓ। ਇਦਾਂ ਹੀ ਸੌਰੀ ਫਟਾਫਟ ਸਾਹਮਣੇ ਵਾਲੇ ਨੂੰ ਕਹਿ ਦਿਆ ਕਰੋ, ਉਹਦੇ ਨਾਲ ਸਾਡਾ ਨਿਮਰਤਾ ਹੋਵੇਗੀ, ਈਗੋਲੈਸ ਹੁੰਦੇ ਚਲੇ ਜਾਵਾਂਗੇ। ਅਸੀਂ ਬਹਾਨੇ ਬਣਾਉਂਦੇ ਹਾਂ, ਨਹੀਂ ਇਹ ਨਹੀਂ ਅਸੀਂ ਕਰਨਾ। ਜਦੋਂ ਬਾਣੀ ਵਿੱਚ ਸਾਨੂੰ ਸਮਝਾ ਦਿੱਤਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰੋ ਪਾਵੋ ਡੁੱਬਦੇ ਪੱਥਰ ਤਾਰੇ। ਔਰ ਤੁਸੀਂ ਸੰਗਤ ਜੀ ਆਪ ਨੋਟ ਕਰੋ, ਜਦੋਂ ਸਾਡੇ ਕੋਲੋਂ ਕੋਈ ਦਿਲੋਂ ਮਾਫੀ ਮੰਗਦਾ ਹੈ, ਸਾਡਾ ਅੰਦਰ ਮੈਲਟ ਹੁੰਦਾ ਕਿ ਨਹੀਂ? ਜਦੋਂ ਅਸੀਂ ਵੀ ਕਿਸੇ ਤੋਂ ਦਿਲੋਂ ਮਾਫੀ ਮੰਗਾਂਗੇ, ਸਾਹਮਣੇ ਵਾਲਾ ਵੀ ਮੈਲਟ ਹੋ ਜਾਏਗਾ। ਪਹਿਲੀ ਵਾਰ ਨਾ ਉਮੀਦ ਰੱਖੋ ਹੋ ਜਾਏਗਾ, ਕਿਉਂਕਿ ਉਹਨੇ ਵੀ ਬੜਾ ਵੱਡਾ ਪੱਥਰ ਰੱਖਿਆ ਹੋਇਆ ਸਾਡੇ ਮੈਲ ਦਾ ਆਪਣੇ ਅੰਦਰ। ਸੋ ਇਹ ਸੁਭਾਅ ਅਸੀਂ ਪਕਾਉਣਾ ਆ। ਜਦੋਂ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਤੈਨੂੰ ਫੋਰਗਿਵਨੈਸ ਦੇ ਨਾਲ, ਖਿਮਾ ਦੇ ਨਾਲ, ਨਾ ਹੀ ਤੈਨੂੰ ਰੋਗ ਲੱਗਣਗੇ, ਨਾ ਹੀ ਤੈਨੂੰ ਜੰਮ ਪਕੜਨਗੇ, ਔਰ ਤੂੰ ਪਰਮਾਤਮਾ ਦਾ ਹੀ ਰੂਪ ਬਣ ਜਾਏਗਾ, ਉਹਦੇ ਵਿੱਚ ਹੀ ਪਹੁੰਚ ਜਾਵੇਗਾ। ਐਡੀ ਵੱਡੀ ਸ਼ਕਤੀ, ਐਡਾ ਵੱਡਾ ਗੁਣ ਮਹਾਰਾਜ ਨੇ ਸਾਨੂੰ ਦੇ ਦਿੱਤਾ, ਫਿਰ ਕਿਉਂ ਨਾ ਅਸੀਂ ਮੁਆਫੀ ਮੰਗੀਏ ਔਰ ਮੁਆਫ ਕਰ ਦਈਏ। ਜੋ ਸੰਗਤ ਜੀ ਸਾਰੇ ਜਾਣੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਸਾਰੇ ਜਾਣੇ ਮਾਫੀ ਵੀ ਮੰਗ ਰਹੇ ਹਾਂ ਦਿਲੋਂ ਕਿ ਮਹਾਰਾਜ ਜੀ ਸਾਨੂੰ ਮਾਫ ਕਰ ਦਿਓ। ਔਰ ਜਿਨ੍ਹਾਂ ਨੇ ਵੀ ਕਦੀ ਕਿਸੇ ਜਨਮ ਵਿੱਚ, ਚਾਹੇ ਇਸ ਜਨਮ ਵਿੱਚ ਸਾਨੂੰ ਦੁੱਖ ਦਿੱਤਾ ਹੈ ਨਾ, ਤਾਂ ਅਸੀਂ ਵੀ ਸਾਰਿਆਂ ਨੂੰ ਮੁਆਫ ਕਰਦੇ ਹਾਂ। ਸਾਰਿਆਂ ਵਿੱਚ ਹੀ ਪਰਮਾਤਮਾ ਦੀ ਜੋਤ ਹੈ, ਸਾਡੇ ਵਿੱਚ ਵੀ, ਸਾਹਮਣੇ ਵਾਲਿਆਂ ਦੇ ਵਿੱਚ ਵੀ। ਹਾਂਜੀ, ਜੇ ਕਿਸੇ ਦਾ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ ਜੀ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮਾਤਾ ਜੀ ਮੇਰਾ ਕੁਐਸਚਨ ਸੀਗਾ ਕਿ ਅਗਰ ਤੁਹਾਡੇ ਕੋਲੋਂ ਕੋਈ ਗਲਤੀ ਹੋਈ, ਜਿਵੇਂ ਮੇਰੇ ਕੋਲ ਕੋਈ ਗਲਤੀ ਹੋਈ ਔਰ ਮੈਂ ਕਿਸੇ ਤੋਂ ਮਾਫੀ ਮੰਗ ਰਹੀ ਹਾਂ ਔਰ ਬਾਰ-ਬਾਰ ਮੰਗ ਰਹੀ ਹਾਂ, ਔਰ ਅਗਰ ਮੈਨੂੰ ਮਾਫ ਨਹੀਂ ਕਰ ਰਹੇ ਤੇ ਮੈਨੂੰ ਕੀ ਕਰਨਾ ਚਾਹੀਦਾ? ਫਿਰ ਤੁਸੀਂ ਰਿਲੈਕਸ ਹੋ ਜਾਓ, ਫਿਰ ਤੁਸੀਂ ਪਰਮਾਤਮਾ ਦੇ ਨਾਲ ਹੀ ਆਪਣੇ ਦਿਲ ਦੀ ਗੱਲ ਸ਼ੇਅਰ ਕਰਨੀ ਸ਼ੁਰੂ ਕਰ ਦਿਓ। ਸੋ ਇਹ ਮਨ ਵਿੱਚ ਮੈਲ ਨਹੀਂ ਲੈ ਕੇ ਆਣੀ ਕਿ ਉਹ ਨਹੀਂ ਮਾਫ ਕਰ ਰਹੇ, ਐਕਚੁਅਲੀ ਉਹ ਵੀ ਬਿਮਾਰ ਨੇ। ਬਿਮਾਰ ਮੀਨਸ ਉਹ ਕਮਜ਼ੋਰ ਨੇ, ਉਸ ਮੈਲ ਵਿੱਚ ਉਹ ਵੀ ਸਟਕ ਹੋਏ ਨੇ। ਹੁਣ ਆਪਣੀ ਦ੍ਰਿਸ਼ਟੀ ਬਦਲੋ ਕਿ ਉਹਨਾਂ ਕਿਉਂਕਿ ਕਮਜ਼ੋਰ ਵਿਅਕਤੀ ਮਾਫ ਕਰ ਨਹੀਂ ਸਕਦਾ ਜੀ। ਸੋ ਉਹ ਮਨ ਦੇ ਕਮਜ਼ੋਰ ਨੇ। ਤੁਸੀਂ ਆਪਣਾ ਕੰਮ ਕਰ ਲਿਆ, ਫਿਰ ਵੀ ਕਦੀ ਮੌਕਾ ਮਿਲਿਆ ਕਰ ਸਕਦੇ ਹੋ। ਹੁਣ ਤੁਸੀਂ ਪਰਮਾਤਮਾ ਨਾਲ ਸਗੋਂ ਕੀ ਕਰੋ ਤੁਸੀਂ, ਔਰ ਉਹਨਾਂ ਨੂੰ ਬਲੈਸ ਕਰਨਾ ਸ਼ੁਰੂ ਕਰ ਦਿਓ, ਨਾਮ ਜਪ ਕੇ, ਬਾਣੀ ਪੜ੍ਹ ਕੇ, ਮੈਡੀਟੇਸ਼ਨ ਕਰਕੇ, ਕਿ ਵਾਹਿਗੁਰੂ ਜੀ ਉਹਨਾਂ ਨੂੰ ਵੀ ਤਾਕਤ ਦਿਓ, ਕਿਉਂਕਿ ਹੈ ਤਾਂ ਅਸੀਂ ਇੱਕੋ ਹੀ ਆ, ਸਾਰੇ ਇੱਕੋ ਹੀ ਜੋਤ ਆ ਨਾ। ਵੀ ਸਾਡਾ ਆਪਸ ਦੇ ਵਿੱਚ ਪ੍ਰੇਮ ਪਿਆਰ, ਜਿਹੜਾ ਰੂਹਾਨੀਅਤ ਪਿਆਰ ਸਾਡਾ ਵਧੇ ਆਪਸ ਦੇ ਵਿੱਚ, ਉਹਨਾਂ ਨੂੰ ਬਲੈਸ ਕਰਨਾ ਸ਼ੁਰੂ ਕਰ ਦਿਓ। ਠੀਕ ਹੈ, ਠੀਕ ਹੈ, ਥੈਂਕ ਯੂ ਮਾਤਾ ਜੀ। ਮਾਤਾ ਜੀ ਜਿਵੇਂ ਸਪੋਜ਼ ਕਰੋ ਕਿ ਜੇ ਕਿਸੇ ਨੇ ਗਲਤ ਕੀਤਾ ਹੈ ਤੇ ਐਂਡ ਦੈਟ ਪਰਸਨ ਉਹ ਸੌਰੀ ਨਹੀਂ ਹੈਗਾ, ਉਹ ਮਾਫੀ ਨਹੀਂ ਮੰਗ ਰਿਹਾ, ਤੇ ਫਿਰ ਅਸੀਂ ਮਤਲਬ ਅਸੀਂ ਉਸਨੂੰ ਜਾ ਕੇ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ, ਜਾਂ ਮਤਲਬ ਗਲਤੀ ਵੀ ਉਹਦੀ ਹੈ, ਉਹ ਆਪਣੀ ਵੀ ਇੱਕ ਈਗੋ ਆ ਜਾਂਦੀ ਕਿ ਗਲਤੀ ਵੀ ਉਹਦੀ ਹੈ, ਮੈਂ ਉਹਨੂੰ ਜਾ ਕੇ ਮੈਂ ਕਿਉਂ ਗੱਲ ਕਰਾਂ, ਵੀ ਉਹ ਪਹਿਲਾਂ ਮੇਰੇ ਕੋਲ ਆਵੇ। ਤੇ ਇਸ ਤਰ੍ਹਾਂ ਦੀ ਫੀਲਿੰਗ ਨੂੰ ਅਸੀਂ ਕਿਵੇਂ ਓਵਰਕਮ ਕਰ ਸਕਦੇ ਹਾਂ? ਇਹ ਤਾਂ ਬਹੁਤ ਵਧੀਆ ਹੈ ਕਿ ਤੁਸੀਂ ਜਾ ਕੇ, ਮਤਲਬ ਜਾਣ ਦਾ ਮਤਲਬ ਹੈ ਤੁਸੀਂ ਨਿਮਰਤਾ ਚ ਆ ਗਏ। ਹਾਂਜੀ, ਸਾਡੇ ਕੋਲ ਇੱਕ ਹੋਰ ਗੁਣ ਆ ਗਿਆ, ਔਰ ਕਨਵਰਸੇਸ਼ਨ ਸਾਡੀ ਜਿਹੜੀ ਬਹੁਤ ਫਿਰ ਅੱਛੀ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਅਸੀਂ ਗਏ ਉਸ ਭਾਵ ਦੇ ਨਾਲ ਆ ਵੀ ਇਹ ਮੈਲ ਜਿਹੜੀ ਆਪਾਂ ਖਤਮ ਕਰਨੀ ਆਪਸ ਦੇ ਵਿੱਚ। ਸੋ ਜਿਹੜਾ ਨਿਮਰਤਾ ਵਿੱਚ ਆ ਕੇ ਚਲਾ ਗਿਆ, ਉਹ ਤਾਂ ਪਰਮਾਤਮਾ ਦੀ ਦਰਗਾਹੇ ਕਬੂਲ। ਇੰਨਾ ਸੌਖਾ ਮੈਥਡ ਆ, ਕਿੰਨੇ ਪਾਠ ਕਰ ਕਰਕੇ ਗੱਲ ਨਹੀਂ ਬਣਦੀ, ਆ ਪਾਠ ਦਾ ਜਿਹੜਾ ਵਚਨ ਮੰਨ ਲਿਆ ਤਾਂ ਗੱਲ ਬਣ ਗਈ ਸਾਡੀ। ਜੀ ਪਹਿਲਾ ਬਸ ਉਹੀ ਸਟੈਪ ਲੈਣੀ ਬੜਾ ਔਖਾ ਹੈ ਨਾ, ਮਤਲਬ ਆਪਣੇ ਮਨ ਨੂੰ ਕਹਿਣਾ ਕਿ ਵੀ ਗਲਤੀ ਵੀ ਅਗਲੇ ਦੀ ਹੈ, ਤੇ ਮਤਲਬ ਹੁਣ ਆਪਣੇ ਆਪ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈਗੀ ਹੈ ਡੈਫੀਨੇਟਲੀ। ਹਾਂਜੀ,
ਦੇਖੋ ਉਹਦੇ ਨਾਲ ਕੀ ਹੋਏਗਾ, ਉਸ ਰੂਹ ਦਾ ਵੀ ਕਲਿਆਣ ਹੋ ਜਾਏਗਾ ਨਾ। ਹਾਂਜੀ, ਉਹ ਵੀ ਤਾਂ ਗਲਤ ਅਗਰ ਚੱਲ ਰਿਹਾ, ਉਹਨੂੰ ਵੀ ਪਿਆਰ ਨਾਲ ਅਸੀਂ ਸੁਧਾਰ ਲਵਾਂਗੇ ਤਾਂ ਉਹਦਾ ਵੀ ਕਲਿਆਣ, ਸਾਡਾ ਵੀ ਕਲਿਆਣ। ਬਿਲਕੁਲ। ਹਾਂਜੀ, ਠੀਕ ਹੈ ਜੀ। ਸੰਗਤ ਜੀ, ਕੋਈ ਕਿਸੇ ਕੋਲ ਕੁਐਸਚਨ ਜੇ ਪੁੱਛਣਾ ਤੇ ਪੁੱਛ ਲਓ, ਨਹੀਂ ਤਾਂ ਫਿਰ ਅਸੀਂ ਇੱਥੇ ਸਮਾਪਤੀ ਕਰ ਲੈਂਦੇ ਹਾਂ। ਜੇ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Continuing with this one, if the person is still hurting all the time, how can we keep ourselves cool? ਹਾਂ, ਹੁਣ ਇਹ ਪ੍ਰੋਮਿਸ ਕਰੋ ਆਪਣੇ ਆਪ ਦੇ ਨਾਲ ਕਿ ਮੈਂ ਹਰਟ ਨਹੀਂ ਹੋਣਾ। ਪਹਿਲਾਂ ਤਾਂ ਇਹ ਆਪਣੇ ਆਪ ਨੂੰ ਸਟਰੋਂਗ ਕਰੋ। ਗਲਤੀ ਉਹ ਕਰ ਰਿਹਾ, ਦੁਖੀ ਤੁਸੀਂ ਕਿਉਂ ਹੋ ਰਹੇ ਹੋ? ਇਹ ਆਪਣੇ ਆਪ ਨੂੰ ਸਮਝਾਉਣਾ ਪੈਣਾ ਆ ਕਿ ਮੈਂ ਇੱਕ ਸ਼ਕਤੀਸ਼ਾਲੀ ਆ, ਮੈਂ ਇੱਕ ਪਾਵਰਫੁਲ ਆ। ਸੋ ਤੁਸੀਂ ਉਹਨੂੰ ਬਲੈਸ ਕਰੋ, ਉਹਨੂੰ ਬਾਰ-ਬਾਰ ਫੋਰਗਿਵ ਕਰੋ ਔਰ ਬਾਰ-ਬਾਰ ਬਲੈਸ ਕਰਨਾ ਸ਼ੁਰੂ ਕਰ ਦਿਓ। ਸੋ ਤੁਸੀਂ ਫਿਰ ਉਹ ਜਿਹੜਾ ਦੁਖੀ ਨਹੀਂ ਹੋਵੋਗੇ, ਉਲਟਾ ਤੁਸੀਂ ਹਲਕੇ ਹੋ ਜਾਓਗੇ, ਲਾਈਟ ਹੋ ਜਾਓਗੇ। ਠੀਕ। ਕਿਉਂਕਿ ਬਾਣੀ ਵਿੱਚ ਆਉਂਦਾ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਝ ਪਾਏ। ਬੁਰੇ ਦਾ ਵੀ ਭਲਾ ਕਰੋ, ਉਹਨੂੰ ਮਨ ਵਿੱਚ ਕਹੋ, ਜਦੋਂ ਯਾਦ ਆਵੇ ਰੱਬ ਦਾ ਭਲਾ ਹੀ ਕਰੇ, ਇਹ ਵਾਹਿਗੁਰੂ ਦੇ ਨਾਲ ਜੁੜੇ। ਬਸ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿਓ, ਤੁਹਾਡਾ ਭਲਾ ਆਪਣੇ ਆਪ ਹੀ ਹੋਈ ਜਾਣਾ। ਠੀਕ। ਹਾਂਜੀ, ਇੱਕ ਤੁਹਾਨੂੰ ਨਾ ਸੰਤਾਂ ਦੇ ਬਚਨ ਸੁਣਾਉਂਦੇ ਆ। ਸੰਤ ਅਗਸਟੀਨ ਹੋਏ ਨੇ, ਇਹ ਬੜਾ ਸਾਡੇ ਕੰਮ ਆਵੇਗੀ ਇਹ ਚੀਜ਼। ਇਹਨਾਂ ਨੇ ਬੁੱਕ ਲਿਖੀ ਆ ਦਾ ਕਨਫੈਸ਼ਨ ਆਫ ਸੇਂਟ ਅਗਸਟਿਨ, ਆਪਣੀ ਬੁੱਕ ਦੇ ਵਿੱਚ। ਇਹ ਜਦੋਂ ਪਰਮਾਤਮਾ ਨਾਲ ਜੁੜ ਗਏ ਉਦੋਂ ਇਹਨਾਂ ਨੇ ਬੁੱਕ ਲਿਖੀ ਹੈ। ਔਰ ਇਸ ਬੁੱਕ ਦੇ ਵਿੱਚ ਇਹਨਾਂ ਨੇ ਆਪਣੇ ਸਾਰੇ ਹੀ ਪਾਪਾਂ ਦਾ ਜ਼ਿਕਰ ਕੀਤਾ, ਜੋ ਬਚਪਨ ਚ ਚਲਾਕੀਆਂ ਕੀਤੀਆਂ, ਝੂਠ ਬੋਲੇ, ਚੋਰੀ ਕੀਤੀ, ਜੋ ਜਵਾਨੀ ਦੇ ਵਿੱਚ ਗੰਦੇ ਤੋਂ ਗੰਦੇ ਗੁਨਾਹ ਵੀ ਕੀਤੇ, ਉਹ ਵੀ ਇਹਨਾਂ ਨੇ ਸਾਰਾ। ਇਹ ਸੰਗਤ ਜੀ, ਇਹ ਬਹੁਤ ਵੱਡੀ ਸ਼ਕਤੀ ਹੈ ਕਿ ਸੰਤ ਦਰਜੇ ਚ ਪਹੁੰਚ ਕੇ ਫਿਰ ਆਪਣੇ ਕੋਈ ਗੁਨਾਹ ਲਿਖੇ ਔਰ ਜਿਹੜੇ ਕਿ ਦੁਨੀਆ ਦੇ ਸਾਹਮਣੇ ਨਸ਼ਰ ਹੋਣੇ ਨੇ। ਵਾਹਿਗੁਰੂ, ਮਤਲਬ ਕਿੰਨਾ ਕੁ ਅੰਦਰੋਂ ਪਿਓਰਿਟੀ ਆ ਗਈ ਹੋਵੇਗੀ ਕਿ ਆਪਣੀਆਂ ਮੈਲਾਂ ਦੱਸੀਆਂ ਦੁਨੀਆ ਨੂੰ ਵੀ ਮੈਂ ਵੀ ਇਹ ਗਲਤੀਆਂ ਕੀਤੀਆਂ, ਮੈਂ ਵੀ ਇਹ ਗੁਨਾਹ ਕੀਤੇ ਨੇ। ਹਜ਼ਾਰਾਂ, ਮਤਲਬ ਨਿੱਕੀ ਤੋਂ ਨਿੱਕੀ ਗਲਤੀ, ਆਪਣੀ ਸੋਚ ਵੀ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੀ ਬੁੱਕ ਲਿਖਣ ਦਾ ਉਹਨਾਂ ਦਾ ਪਰਪਸ ਸੀ ਕਿ ਮੈਂ ਰੱਬ ਨੂੰ ਕਿਵੇਂ ਪਾਇਆ, ਕਿਵੇਂ ਜੁੜਿਆ ਉਸ ਯੂਨੀਵਰਸ ਦੇ ਨਾਲ, ਉਸ ਪਰਮਾਤਮਾ ਦੇ ਨਾਲ। ਉਹ ਕਹਿੰਦੇ ਮੁਆਫੀਆਂ ਮੰਗ ਮੰਗ ਕੇ। ਸੋ ਮੇਰਾ ਇਹ ਉਹਨਾਂ ਦਾ ਜੀਵਨ ਸੁਣਾਉਣ ਦਾ ਪਰਪਸ ਨਹੀਂ ਸੀ, ਮਤਲਬ ਰੱਬ ਨਾਲੋਂ ਕਿਵੇਂ ਜੁੜੇ, ਇਹ ਸਾਡੇ ਲਈ ਇੱਕ ਬੜੀ ਵੱਡੀ ਸਿੱਖਿਆ। ਮੁਆਫੀਆਂ ਮੰਗ ਮੰਗ ਕੇ, ਮੁਆਫ ਕਰ ਕਰਕੇ। ਉਹ ਕਹਿੰਦੇ ਹੁਣ ਤੁਸੀਂ ਡੇਲੀ ਕੀ ਕਰਨਾ ਸ਼ੁਰੂ ਕਰ ਦਿਓ, ਅਗਰ ਛੇਤੀ ਮੇਲਾਂ ਸਾਫ਼ ਕਰਨੀਆਂ, ਰੱਬ ਨਾਲ ਜੁੜਨਾ, ਫਿਰ ਆਪਣੇ ਮਾਂ-ਬਾਪ ਤੋਂ, ਆਪਣੇ ਭੈਣ ਭਰਾ ਤੋਂ, ਆਪਣੇ ਰਿਸ਼ਤੇਦਾਰਾਂ ਤੋਂ, ਪਤੀ ਤੋਂ, ਪਤਨੀ ਤੋਂ, ਬੱਚਿਆਂ ਤੋਂ, ਫਰੈਂਡਸ ਤੋਂ, ਜੌਬ, ਬਿਜ਼ਨਸ ਤੇ, ਜਿੱਥੇ ਵੀ ਤੁਹਾਨੂੰ ਲੱਗਦਾ ਤੁਹਾਡੇ ਕੋਲ ਕਦੀ ਕੋਈ ਗਲਤੀ ਹੋਈ, ਜਾਣੇ ਅਣਜਾਣੇ ਤੁਸੀਂ ਕੋਈ ਗਲਤ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ, ਜਾਂ ਮਨ ਵਿੱਚ ਵੀ ਤੁਹਾਡੇ ਕੋਈ ਸੋਚ ਆਈ, ਕਿਸੇ ਕੋਈ ਅੱਗੇ ਵਧ ਰਿਹਾ ਤਾਂ ਅੰਦਰ ਜੈਲਸੀ ਆਏ, ਤੁਸੀਂ ਸ਼ੇਅਰ ਕਰੋ ਤਾਂ ਉਹਨੂੰ ਕਹੋ ਮੈਨੂੰ ਫੋਰਗਿਵ ਕਰ ਦੇ ਇੱਦਾਂ ਤਾਂ ਆਪਣੀਆਂ। ਫਿਰ ਉਹ ਕਹਿੰਦੇ ਨੇ এনवायरमेंट ਤੋਂ, ਸਿਸਟਮ ਤੋਂ, ਜਿਨ੍ਹਾਂ ਨੇਤਾ ਮੰਤਰੀਆਂ ਨੂੰ ਅਸੀਂ ਕਿੰਨੀ ਵਾਰ ਗਾਲਾਂ ਕੱਢੀਆਂ, ਕਿੰਨਾਂ ਚੋਰਾਂ ਨੂੰ ਬੁਰੇ ਕਿਹਾ, ਠੱਗਾਂ ਨੂੰ ਬੁਰੇ ਕਿਹਾ, ਸਾਰਿਆਂ ਤੋਂ ਮਾਫੀ ਮੰਗੋ, ਦਿਲੋਂ ਮੰਗਣੀ ਸ਼ੁਰੂ ਕਰ ਦਿਓ। ਕਿਉਂਕਿ ਜਿਵੇਂ ਅਸੀਂ ਵੀ ਕਦੀ ਮੈਲਾਂ 'ਚ ਫਸੇ ਸੀ, ਸੰਤ ਨੇ ਕਿਹਾ ਅਸੀਂ ਵੀ ਮੈਲੇ ਹੀ ਸੀਗੇ, ਨਹੀਂ ਉਦੋਂ ਪਤਾ ਸੀ, ਉਹ ਵੀ ਅਣਜਾਣ ਨੇ, ਉਹਨਾਂ ਨੂੰ ਨਹੀਂ ਪਤਾ ਕਿ ਮੈਂ ਕਿਉਂ ਕਿਸੇ ਲਈ ਬੁਰਾ ਸੋਚਿਆ, ਮੈਂ ਆਪਣੇ ਆਪ ਨੂੰ ਮੈਲਾ ਕੀਤਾ। ਕਹਿੰਦੇ ਮੈਂ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਔਰ ਸਾਨੂੰ ਵੀ ਕਹਿੰਦੇ ਨੇ ਤੁਸੀਂ ਇੱਦਾਂ ਮਾਫੀਆਂ ਮੰਗੋ ਸਾਰਿਆਂ ਕੋਲੋਂ, ਮਨ ਵਿੱਚ ਹੀ ਬੈਠੇ ਆ, ਇਹ ਨਹੀਂ ਕਿ ਹੁਣ ਚੱਲ ਕੇ ਜਾਣ ਦੀ ਜ਼ਰੂਰਤ ਆ। ਸੋ ਮਾਫੀਆਂ ਮੰਗਣਾ ਨਾਲ ਕੀ ਹੋ, ਤੁਹਾਡਾ ਅੰਦਰਲਾ ਮੈਲਟ ਹੋਈ ਜਾਊਗਾ। ਔਰ ਜਿਨ੍ਹਾਂ ਨੇ ਵੀ ਤੁਹਾਡੇ ਨਾਲ ਬੁਰਾ ਕੀਤਾ ਉਹਨਾਂ ਨੂੰ ਤੁਸੀਂ ਮਾਫ ਕਰੀ ਜਾਓ। ਇਹਦੇ ਨਾਲ ਹੀ ਉਹ ਕਹਿੰਦੇ ਆ ਮੇਰੀਆਂ ਮੈਲਾਂ ਸਾਫ਼ ਹੋ ਗਈਆਂ। ਵਾਹਿਗੁਰੂ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮਾਤਾ ਜੀ ਥੈਂਕ ਯੂ ਸੋ ਮਚ। ਮੈਨੂੰ ਅੱਜ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਨੇ, ਮੈਂ ਬਹੁਤ ਖੁਸ਼ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ ਤਾਂ ਇਹਦਾ ਗੁਰਿੰਦਰ ਕੌਰ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਗੁਰੂ ਮਹਾਰਾਜ ਨੇ ਇਹਦਾ ਸਬੱਬ ਬਣਾਇਆ। ਸੋ ਗੁਰਿੰਦਰ ਕੌਰ ਜੀ, ਦਿਲੋਂ ਤੁਹਾਡਾ ਧੰਨਵਾਦ ਹੈ, ਤੁਸੀਂ ਯਾਦ ਕਰਦੇ ਹੋ। ਹਾਂਜੀ, ਮੈਂ ਵੀ ਸਾਨੂੰ ਸੰਗਤ ਵਿੱਚ ਬਿਠਾਉਂਦੇ ਹੋ। ਧੰਨਵਾਦ ਕਰਦੀ, ਸਭ ਦਾ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ ਸੋ ਮਚ ਸਾਰਿਆਂ ਦਾ ਜੀ। ਥੈਂਕ ਯੂ ਸਾਰਿਆਂ। ਬਹੁਤ ਅੱਛਾ ਲੱਗਿਆ ਤੁਹਾਡੀ ਸਾਰੀ ਸੰਗਤ ਦੇ ਦਰਸ਼ਨ ਕਰਕੇ। ਮੈਂ ਪਿਛਲੀ ਵਾਰ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਆਪਣੇ ਦਰਸ਼ਨ ਦੇ ਦਿਆ ਕਰੋ, ਤੁਸੀਂ ਲੁੱਕ ਕੇ ਬੈਠ ਜਾਂਦੇ ਹੋ। ਔਰ
ਮਨਪ੍ਰੀਤ ਦਾ ਮੈਂ ਬਹੁਤ ਥੈਂਕਸ ਕਰਦੀ ਹਾਂ ਕਿ ਉਹਨੇ ਮੈਨੂੰ ਭੇਜਿਆ ਤੇ ਉਹਨੇ ਮੈਨੂੰ ਸਪੈਸ਼ਲ ਕਿਹਾ ਦੀਦੀ ਪਲੀਜ਼ ਮਿਸ ਨਾ ਕਰਿਓ ਹੁਣ ਤੁਸੀਂ ਇਹ ਸੈਸ਼ਨ। ਹਾਂਜੀ ਥੈਂਕ ਯੂ ਉਹਨਾਂ ਦਾ ਵੀ। ਠੀਕ ਹੈ ਜੀ, ਹਾਂ ਬਿਲਕੁਲ ਉਹਨਾਂ ਦਾ ਵੀ ਥੈਂਕ ਯੂ। ਤੋ ਇਵੇਂ ਮੁਸਕਰਾਉਂਦੇ ਰਹੋ ਜਿਵੇਂ ਹੁਣ ਮੁਸਕਰਾ ਰਹੇ ਹੋ ਨਾ ਸਾਰੇ ਜਾਣੇ। ਹਾਂ ਇੱਧਰ ਕੁਲਦੀਪ ਸਿੰਘ ਜੀ ਵੀ ਹੁਣ ਨਜ਼ਰ ਆਉਣ ਲੱਗ ਗਏ, ਪਹਿਲਾਂ ਜਸਵੀਰ ਸਿੰਘ ਜੀ ਵੀ ਆਏ ਸੀ, ਫਿਰ ਪਤਾ ਨੀ ਕਿੱਥੇ ਨੂੰ ਚਲੇ ਗਏ ਹੈ। ਕਿਉਂਕਿ ਜਿਹਨਾਂ ਸੰਗਤਾਂ ਦੇ ਨਾਮ ਯਾਦ ਆ ਨਾ, ਹਾਂ ਠੀਕ ਹੈ ਨਜ਼ਰ ਆਉਣ ਲੱਗ ਗਏ ਸਾਰੇ ਜਾਣੇ। ਠੀਕ ਹੈ, ਤੋ ਜਿਨ੍ਹਾਂ ਦੇ ਪਰਿਵਾਰਾਂ ਦੇ ਗ੍ਰਹਿ ਵਿਖੇ ਅਸੀਂ ਰੁਕੇ ਸੀਗੇ ਉਹਨਾਂ ਦਾ ਪਤਾ ਨੀ ਕਿੰਨੀ ਕੁ ਵਾਰ ਮੈਂ ਸ਼ੁਕਰਾਨਾ ਕਰਦੀ ਹੁੰਦੀ ਕਿ ਉਹ ਮਤਲਬ ਆਪਣਾ ਕਿੰਨੇ ਪ੍ਰੇਮ ਭਾਵ ਦੇ ਨਾਲ ਕਿਹਨਾਂ ਦੇ ਅਸੀਂ ਨਾਮ ਲਈਏ। ਆ ਇੱਕ ਤਾਂ ਨਜ਼ਰ ਆ ਰਹੇ ਨੇ ਸਾਹਮਣੇ, ਤੇ ਕਿਹਨਾਂ ਦਾ ਨਾਮ ਲਈਏ। ਬਹੁਤ ਬਹੁਤ ਸ਼ੁਕਰਾਨੇ। ਅਸੀਂ ਦੂਸਰੇ ਦੇਸ਼ ਤੋਂ ਤੁਹਾਡੇ ਦੇਸ਼ ਵਿੱਚ ਆਉਂਦੇ ਹਾਂ, ਹੈ ਤਾਂ ਸਾਰੇ ਹੀ ਸਾਡੇ ਨੇ ਪਰਮਾਤਮਾ ਦੇ ਨੇ, ਪਰ ਫਿਰ ਵੀ ਸੰਸਾਰਿਕ ਤੌਰ ਤੇ ਅਗਰ ਗੱਲ ਕਰੀਏ, ਪਰ ਤੁਸੀਂ ਐਵੇਂ ਪਿਆਰ ਨਾਲ ਵੈਲਕਮ ਕਰਦੇ ਹੋ ਤਾਂ ਤੁਹਾਡਾ ਸੰਗਤ ਜੀ। ਮੈਂ ਗੁਰੂ ਮਹਾਰਾਜ ਜੀ ਹਾਜ਼ਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ ਕਿ ਸੰਗਤਾਂ ਦਾ ਇੱਕ ਇੱਕ ਤਿਲ ਬੀਜਿਆ ਹਰਿਆ ਕਰ ਦਿਓ ਮਹਾਰਾਜ। ਜਿਹੜੀ ਪ੍ਰੇਮ ਭਾਵ ਨਾਲ ਸੇਵਾ ਕਰਦੇ ਹੋ, ਪ੍ਰੇਮ ਦਿਖਾਉਂਦੇ ਹੋ, ਤੁਹਾਨੂੰ ਇਹਦੇ ਬਦਲੇ ਵਿੱਚ ਮਹਾਰਾਜ ਜੀ ਅਨੰਤ ਗੁਣਾ ਭਾਗ ਲਾਣ, ਆਪਣੀ ਰਹਿਮਤਾਂ ਬਰਸਾਣ। ਸੰਗਤ ਜੀ ਕੋਈ ਭੁੱਲ ਗਲਤੀ ਹੋ ਗਈ ਹੋਵੇ ਆਪ ਜੀ ਬਖਸ਼ ਦੇਣਾ, ਗੁਰੂ ਸਾਹਿਬ ਜੀ ਬਖਸ਼ਣ ਸਾਨੂੰ ਸਾਰਿਆਂ ਨੂੰ, ਔਰ ਸਾਰੇ ਹੀ ਸਾਡੀ ਟੋਟਲ ਹੀਲਿੰਗ ਹੋ ਜਾਵੇ ਸਾਰਿਆਂ ਦੀ, ਨਾ ਸਾਨੂੰ ਰੋਗ ਲੱਗਣ, ਨਾ ਸਾਨੂੰ ਜੰਮਸਥਾਨ, ਅਸੀਂ ਪਰਮਾਤਮਾ ਵਿੱਚ ਸਾਰੇ ਮਰਜ ਹੋ ਜਾਈਏ। ਇਹ ਸਾਡੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਸੰਗਤ ਜੀ। ਕੋਟਾਨ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।